ਤੁਸੀਂ ਬਾਰ-ਬਾਰ ਕਹਿ ਰਹੇ ਹੋ ਸਰੈਂਡਰ ਕਰਨਾ ਚਾਹੀਦਾ ਅੰਮ੍ਰਿਤਪਾਲ। ਗਵਰਨਮੈਂਟ ਵੱਲੋਂ ਲਾਏ ਐਲੀਗੇਸ਼ਨਾਂ ਨੂੰ ਝੂਠਾ ਸਾਬਤ ਕਰਨਾ ਤੇ ਉਹਦੇ ਲਈ ਪੇਸ਼ ਹੋਣਾ ਜਿਹੜਾ ਉਹ ਜ਼ਰੂਰੀ ਹੈ। ਅੰਮ੍ਰਿਤਪਾਲ ਤੁਹਾਡੀ ਗੱਲ ਕਿਉਂ ਨਹੀਂ ਸੁਣ ਰਹੇ? ਹੋ ਸਕਦਾ ਮੇਰੀ ਗੱਲ ਉਹਦੇ ਕੋਲ ਪਹੁੰਚ ਹੀ ਨਾ ਰਹੀ ਹੋਵੇ। ਕਿਹੜਾ ਮਸਲਾ ਲੱਗਦਾ ਹੈ ਕਿ ਵੱਡਿਆ ਬਣਾਇਆ ਜਾ ਰਿਹਾ ਹੈ? ਇੰਟਰਨੈਟ ਬੰਦ ਕਰਨਾ, ਨਸ਼ੇ ਵਰਗੀਆਂ ਧਰਾਵਾਂ ਲਾਉਣੀਆਂ, ਇਹ ਸਾਰਾ ਕੁਝ ਐਂ ਲੱਗਦਾ ਜਿਵੇਂ ਬਹੁਤ ਵੱਡਾ ਬਣਾਇਆ ਹੈ। ਕੌਣ ਬਣਾ ਰਿਹਾ? ਸਰਕਾਰਾਂ ਹੀ ਬਣਾਉਂਦੀਆਂ ਹੁੰਦੀਆਂ ਜੀ। ਅੰਮ੍ਰਿਤਪਾਲ ਤੇ NSA ਲਾਣਾ ਸਹੀ ਹੈ? ਅਸੀਂ ਤਾਂ ਸ਼ੁਰੂ ਤੋਂ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਹੀ ਕਰਦੇ ਹਾਂ ਜੀ। ਫਿਰ ਸਰਬੱਤ ਖਾਲਸਾ ਬੁਲਾ ਲਓ ਤੁਸੀਂ। ਇਹ ਕੋਈ 10-15 ਦਿਨਾਂ ਦੀ ਖੇਡ ਥੋੜੀ ਹੈ, ਇਹ ਤਾਂ ਸੰਭਵ ਨਹੀਂ। ਫਿਰ ਅੰਮ੍ਰਿਤਪਾਲ ਬਾਰ-ਬਾਰ ਜਥੇਦਾਰ ਸਾਹਿਬ ਨੂੰ ਇਹ ਅਪੀਲ ਕਿਉਂ ਕਰ ਰਿਹਾ? ਤੁਹਾਨੂੰ ਪਤਾ ਹੈ ਕਿ ਰਾਜਨੀਤਿਕ ਪਾਰਟੀ ਸਰਬੱਤ ਖਾਲਸਾ ਨਹੀਂ ਬੁਲਾ ਸਕਦੀ ਹੁੰਦੀ, ਸ਼ਾਇਦ ਉਹ ਇਸ ਕਰਕੇ ਕਹਿ ਤੁਸੀਂ ਥੋੜਾ ਫਸਿਆ ਮਹਿਸੂਸ ਕਰ ਰਹੇ ਹੋ ਇਸ ਟਾਈਮ? 1% ਵੀ ਨਹੀਂ, ਬਿਲਕੁਲ ਫ੍ਰੀ। ਜੇ ਇਸ ਵਾਰ ਅੰਮ੍ਰਿਤਪਾਲ ਉੱਥੇ ਆ ਜਾਂਦਾ ਫਿਰ ਜੋ ਆਏਗਾ ਪੁਲਿਸ ਉਹਨੂੰ ਅਰੈਸਟ ਕਰ ਲੇਗੀ, ਹੋਰ ਕੀ ਹੋਏਗਾ। ਅਗਰ ਕੋਈ ਆਦਮੀ ਸੈਲਫ ਸਟਾਈਲਡ ਕੋਈ ਅਨਾਉਂਸਮੈਂਟ ਕਰ ਦਿੰਦਾ ਹੈ, ਕੋਈ ਉੱਤੇ 200 ਬੰਦਾ ਇਕੱਠਾ ਹੋ ਕੇ ਤੇ ਉਹ ਕਹਿ ਦੇ ਜੀ ਮੈਂ ਆਹ ਲਗਾਇਆ ਜਾਂਦਾ, ਤੇ ਇਹ ਥੋੜੀ ਗੱਲ ਹੁੰਦੀ ਹੈ। ਜਿਹੜਾ ਇਹ ਮਾਹੌਲ ਬਣਿਆ ਹੈ, ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈ। ਇਹਨੂੰ ਲੈ ਕੇ ਬਹੁਤ ਸਾਰੇ ਵਿਦੇਸ਼ੀ ਦੂਤਾਵਾਸਾਂ ਤੇ ਵਿਰੋਧ ਪ੍ਰਦਰਸ਼ਨ ਕੀਤੇ। ਸਹਿਮਤ ਨਹੀਂ ਹੈ ਵੀ ਐਵੇਂ ਆਪਾਂ ਦੂਤਾਵਾਸ ਤੇ ਹਮਲਾ ਕਰੀਏ, ਝੰਡਿਆਂ ਦੀ ਜਿਹੜੀ ਹੈ ਤੋੜ ਭੰਨ ਕਰੀਏ, ਨਹੀਂ ਹੋਣਾ ਚਾਹੀਦਾ ਸੀ। ਅਜਨਾਲਾ ਦੀ ਘਟਨਾ ਤੋਂ ਬਾਅਦ ਤੁਹਾਡੇ ਨਾਲ ਲੰਬੀ ਮੁਲਾਕਾਤ ਹੋਈ ਸੀ। ਉਹ ਮੁਲਾਕਾਤ 'ਚ ਕੀ ਕੁਝ ਵਿਚਾਰ ਵਟਾਂਦਰਾ ਹੋਇਆ ਸੀ? ਆਪਣੇ ਬਾਰੇ ਦੱਸਿਆ, ਆਪਣੀਆਂ ਗੱਲਾਂ ਬਾਤਾਂ ਦੱਸੀਆਂ ਤੇ ਉਹਨਾਂ ਦੀ ਗੱਲਾਂ ਬਾਤਾਂ ਤੋਂ ਤਾਂ ਮੈਨੂੰ ਇਹ ਲੱਗਿਆ ਕਿ ਨਾਰਮਲ ਸਿੱਖ ਹੈ। ਤੁਸੀਂ ਇਹ ਨਹੀਂ ਪੁੱਛਿਆ ਕਿ ਜੋ ਅਜਨਾਲਾ 'ਚ ਤੁਸੀਂ ਕੀਤਾ ਉਹ ਠੀਕ ਸੀ ਜਾਂ ਗਲਤ ਸੀ? ਭੀੜ ਇਕੱਠੀ ਕਰਨੀ ਬਹੁਤ ਸੌਖਾ ਹੁੰਦਾ ਕੰਮ, ਲੇਕਿਨ ਭੀੜ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ। ਤੁਸੀਂ ਪੁੱਛਿਆ ਉਹਨਾਂ ਨੂੰ ਕਿ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਕਿਉਂ ਲੈ ਕੇ ਗਏ ਤੁਸੀਂ? ਠੀਕ ਹੈ, ਕੋਈ ਗੱਲ ਨਹੀਂ। ਸਾਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਹੋਏਗਾ। ਗਲਤੀ ਮੰਨੀ? ਕਹਿ ਦੇਣਾ ਕਿ ਸਾਨੂੰ ਪਤਾ ਨਹੀਂ ਸੀ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਇੱਕ ਕਮੇਟੀ ਬਣਾਈ 16 ਮੈਂਬਰੀ, ਅਸੀਂ ਵੀ ਦੇਖ ਰਹੇ ਹਾਂ ਵੀ ਸਾਨੂੰ ਕੋਈ ਰਿਪੋਰਟ ਮਿਲੇਗੀ ਜੀ, ਤੇ ਫਿਰ ਅਸੀਂ ਦੇਖਾਂਗੇ ਜੀ। ਪਰ ਕਮੇਟੀ ਕਹਿੰਦੀ ਅਸੀਂ ਰਿਪੋਰਟ ਦੇ ਦਿੱਤੀ। ਸਾਈਨ ਹੀ ਨਹੀਂ ਸੀ, ਉਹ ਸਾਈਨ ਜਿਹੜੇ ਕਮੇਟੀ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਨੂੰ ਕਹੋ ਵੀ ਸਾਈਨ ਕਰਵਾ ਕੇ ਦਿਓ। ਸ਼੍ਰੋਮਣੀ ਕਮੇਟੀ ਤੋਂ ਅੱਜਕੱਲ ਤੁਸੀਂ ਨਾਰਾਜ਼ ਲੱਗਦੇ ਹੋ। ਸੰਸਥਾ ਨਾਲ ਕਾਹਦੀ ਨਾਰਾਜ਼ਗੀ ਹੈ? 22 ਦਿਨ ਹੋ ਗਏ ਅੰਮ੍ਰਿਤਪਾਲ ਰੂਪੋਸ਼ ਹੈ, ਲੇਕਿਨ ਰੂਪੋਸ਼ ਰਹਿੰਦਿਆਂ ਹੋਇਆ 2 ਵੀਡੀਓ ਜਾਰੀ ਕੀਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਕਿ ਵਿਸਾਖੀ ਦੇ ਦਿਹਾੜੇ ਤੇ ਸਰਬੱਤ ਖਾਲਸਾ ਬੁਲਾਇਆ ਜਾਏ। ਸਰਬੱਤ ਖਾਲਸਾ ਹੋਣਾ ਹੈ ਨਹੀਂ ਹੋਣਾ ਹੈ, ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਕਾਫੀ ਚੀਜ਼ਾਂ ਸਾਫ਼ ਕਰ ਚੁੱਕੇ ਨੇ, ਲੇਕਿਨ ਇੱਕ ਵੱਡਾ ਸਵਾਲ ਲੋਕਾਂ ਦੇ ਜ਼ਿਹਨ 'ਚ ਬਣਿਆ ਹੋਇਆ ਹੈ, ਕਿਆ ਵਿਸਾਖੀ ਦੇ ਦਿਹਾੜੇ ਤੇ ਤਖਤ ਦਮਦਮਾ ਸਾਹਿਬ ਦੀ ਧਰਤੀ ਤੇ ਸਾਹਮਣੇ ਆਏਗਾ ਰੂਪੋਸ਼ ਹੋਇਆ ਅੰਮ੍ਰਿਤਪਾਲ? ਇਹਨਾਂ तमाम ਸਵਾਲਾਂ ਦੇ ਜਵਾਬ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਦੇਣਗੇ। ਮੁੱਖ ਗੱਲ 'ਚ ਗਿਆਨੀ ਜੀ ਦਾ ਸਵਾਗਤ ਹੈ। ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਸਰੈਂਡਰ ਕਰਨਾ ਚਾਹੀਦਾ ਅੰਮ੍ਰਿਤਪਾਲ ਨੂੰ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਸੁਣ ਰਿਹਾ ਕੋਈ? ਸੁਣ ਰਿਹਾ ਕਿ ਨਹੀਂ ਸੁਣ ਰਿਹਾ ਇਹਦਾ ਤਾਂ ਮੈਨੂੰ ਪਤਾ ਨਹੀਂਗਾ, ਪਰ ਮੇਰਾ ਮੰਨਣਾ ਹੈਗਾ ਕਿ ਅਦਾਲਤ ਦੇ ਵਿੱਚ ਜੇ ਅਸੀਂ ਗਵਰਨਮੈਂਟ ਵੱਲੋਂ ਲਾਏ ਐਲੀਗੇਸ਼ਨਾਂ ਨੂੰ ਝੂਠਾ ਸਾਬਤ ਕਰਨਾ ਤੇ ਉਹਦੇ ਲਈ ਪੇਸ਼ ਹੋਣਾ ਜਿਹੜਾ ਉਹ ਜ਼ਰੂਰੀ ਹੈ। ਮੈਂ ਇਸ ਵਿਊ ਤੋਂ ਹੀ ਜਿਹੜਾ ਆਪਣੀ ਸਟੇਟਮੈਂਟ ਦਿੱਤੀ। ਤੁਹਾਨੂੰ ਕਿਉਂ ਲੱਗਦਾ ਹੈ ਕਿ ਐਲੀਗੇਸ਼ਨ ਝੂਠੇ ਲਗਾਏ ਗਏ ਹੈ? ਨਹੀਂ, ਮੈਂ ਝੂਠ ਸੱਚ ਦਾ ਤਾਂ ਫੈਸਲਾ ਅਦਾਲਤ ਦੇ ਵਿੱਚ ਮਤਲਬ ਹੋਏਗਾ, ਮੈਂ ਇਹਦੇ ਬਾਰੇ ਤਾਂ ਨਹੀਂ ਕਹਿ ਸਕਦਾ, ਕਿਉਂਕਿ ਪਿਛਲਾ ਤਜਰਬਾ ਹੈ ਲੰਬਾ ਕਿ ਬਹੁਤੇ ਐਲੀਗੇਸ਼ਨ ਜਿਹੜੇ ਆ ਉਹ ਸਰਕਾਰਾਂ ਝੂਠੇ ਵੀ ਲਾ ਦਿੰਦੀਆਂ ਜੀ। ਹੁਣ ਤੁਹਾਨੂੰ ਲੱਗਦਾ ਹੈ ਕਿ ਵੈਸੇ ਕਿ ਝੂਠੇ ਐਲੀਗੇਸ਼ਨ ਲਾਉਣ ਦਾ ਸਮਾਂ ਆ ਗਿਆ ਹੈ ਜਾਂ ਇੱਕ ਬਿਉਂਤ ਚੱਲ ਰਹੀ ਹੈ? ਨਹੀਂ, ਕੋਈ ਗੱਲਾਂ ਛੋਟੀਆਂ ਹੁੰਦੀਆਂ ਲੇਕਿਨ ਉਹਨਾਂ ਨੂੰ ਵੱਡੀਆਂ ਬਣਾ ਕੇ ਪੇਸ਼ ਕੀਤਾ ਜਾਂਦਾ। ਮਸਲੇ ਛੋਟੇ ਹੁੰਦੇ ਆ ਲੇਕਿਨ ਵੱਡੇ ਬਣਾਏ ਜਾਂਦੇ ਆ। ਛੋਟੇ ਮਸਲਿਆਂ ਨੂੰ ਵੱਡੇ ਬਣਾਉਣਾ ਮੈਂ ਇਹਦੇ ਨਾਲ ਸਹਿਮਤ ਨਹੀਂ। ਤੁਹਾਨੂੰ ਕਿਹੜਾ ਮਸਲਾ ਲੱਗਦਾ ਹੈ ਕਿ ਵੱਡਿਆ ਬਣਾਇਆ ਜਾ ਰਿਹਾ ਹੈ, ਵਾਸਤਵ 'ਚ ਵੱਡਾ ਹੈ ਨਹੀਂ? ਸਾਰੇ ਮਸਲੇ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਮਸਲੇ ਸੀ, ਲੇਕਿਨ ਉਹਨੂੰ ਵੱਡਾ ਬਣਾ ਕੇ ਜਿਵੇਂ ਬਹੁਤ ਵੱਡੀ ਚੀਜ਼ ਪੰਜਾਬ 'ਚ ਹੋਈ ਹੁੰਦੀ ਹੈ, ਇੰਟਰਨੈਟ ਬੰਦ ਕਰਨਾ, NSA ਵਰਗੀਆਂ ਧਰਾਵਾਂ ਲਾਉਣੀਆਂ, ਇਹ ਸਾਰਾ ਕੁਝ ਐਂ ਲੱਗਦਾ ਜਿਵੇਂ ਬਹੁਤ ਵੱਡਾ ਬਣਾਇਆ ਗਿਆ ਸੀ। ਕੌਣ ਬਣਾ ਰਿਹਾ? ਸਰਕਾਰਾਂ ਹੀ ਬਣਾਉਂਦੀਆਂ ਹੁੰਦੀਆਂ ਜੀ। ਤੁਸੀਂ ਘੋਖ ਪੜਤਾਲ ਕੀਤੀ ਹੋਣੀ ਕਿਹੜੀ ਜੀ ਸਰਕਾਰ ਬਣਾ ਰਹੀ ਹੈ ਔਰ ਆਪਾਂ ਉਹਨੂੰ ਵੱਡਾ ਨਾ ਬਣਾਇਆ ਜਾਏ, ਇਹ ਗੱਲ ਕਿਉਂ ਨਹੀਂ ਕਰਦੇ? ਮੇਰੇ ਕੋਲ ਤਾਂ ਇੰਨੀ ਹੈ ਨਹੀਂ ਕਿ ਮੈਂ ਪੜਤਾਲ ਕਰਾ ਸਕਾਂ ਕਿ ਕਿਹੜੀ ਸਰਕਾਰ ਹੈ ਕਿਹੜੀ ਨਹੀਂ ਹੈ, ਇਹਦੇ ਬਾਰੇ ਮੈਨੂੰ ਤਾਂ ਨਹੀਂ ਪਤਾ ਜੀ। ਨਹੀਂ, ਤੁਸੀਂ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੋਹਰੀ ਬਣ ਕੇ ਅੱਗੇ ਚੱਲ ਰਹੇ ਹੋ, ਤੇ ਅਗਰ ਕੋਈ ਇਸ ਤਰ੍ਹਾਂ ਸਾਨੂੰ ਗਲਤ ਪੋਰਟਰੇ ਕਰਦਾ ਹੈ ਤੇ ਆਪਾਂ ਉਹ ਨਾ ਕਰ ਪਾਉਣ ਤੇ ਅਸੀਂ ਕਿਉਂ ਨਹੀਂ ਗੱਲ ਕਰ ਸਕਦੇ? ਕਈ ਵਾਰੀ ਗੱਲ ਇਹ ਛੋਟੀ ਹੁੰਦੀ ਹੈ ਲੇਕਿਨ ਉਹ ਵੱਡੀ ਬਣਾ ਕੇ ਪੇਸ਼ ਕੀਤਾ ਜਾਂਦਾ। ਜਿੱਡੀ ਗੱਲ ਹੈ ਤੇ ਓਡੀ ਹੀ ਬਣਾਉਣੀ ਚਾਹੀਦੀ ਹੈ। ਜਿੱਡਾ ਗੁਨਾਹ ਹੈ ਓਡੀਆਂ ਹੀ ਧਾਰਾਵਾਂ ਹੋਣੀਆਂ ਚਾਹੀਦੀਆਂ ਨੇ। ਜੇ ਸਰਕਾਰ ਮੰਨਦੀ ਹੈ ਗੁਨਾਹ ਹੈ ਤੇ ਫਿਰ ਧਾਰਾਵਾਂ ਵੀ ਓਡੀਆਂ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਕਿੱਥੇ ਕਿੱਥੇ ਲੱਗਦਾ ਹੈ ਕਿ ਛੋਟੀਆਂ ਚੀਜ਼ਾਂ ਨੂੰ ਵੱਡਾ ਬਣਾਇਆ ਗਿਆ? ਇੱਕ ਦੋ ਪ੍ਰਮਾਣ ਦੇ ਤੌਰ ਤੇ ਗੱਲਾਂ ਦੱਸੋ। ਜਿਵੇਂ ਪ੍ਰਧਾਨ ਮੰਤਰੀ ਬਾਜੇ ਕੇ ਉਹ ਜੇ ਬੰਦਿਆਂ ਤੇ NSA ਲਾਉਣਾ, ਉਹ ਬੰਦਾ ਠੀਕ ਹੈ, ਉਹ ਬੰਦਾ ਮੈਂ ਸਮਝਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਗਾਲਾਂ ਕੱਢਣੀਆਂ, ਮਤਲਬ ਕਿਸੇ ਨੂੰ ਮਾੜਾ ਸ਼ਬਦ ਬੋਲਣਾ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਉਹਦੀਆਂ ਗਲਤੀਆਂ ਸੀ,
ਉਹ ਬੋਲਦਾ ਹੈ, ਸਾਰਿਆਂ ਨੂੰ ਪਤਾ ਹੈ ਕਿਹੋ ਜਿਹਾ ਨਹੀਂ ਹੈ। ਉਹਦੇ ਤੇ ਲਾਤੀ ਐਨਐਸਏ ਵੀ ਹਿੰਦੁਸਤਾਨ ਨੂੰ ਉਹਦੇ ਤੋਂ ਖਤਰਾ ਆ ਕੇ ਹੋ ਗਿਆ। ਮੈਂ ਸਮਝਦਾ ਕਿ ਇਹ ਜ਼ਿਆਦਾ ਵੱਡੀ ਬਣਾਈ ਗਈ ਗੱਲ ਹੈ ਜੀ। ਤੁਹਾਡੇ ਹਿਸਾਬ ਨਾਲ ਅੰਮ੍ਰਿਤਪਾਲ ਤੇ ਐਨਐਸਏ ਲਾਣਾ ਸਹੀ ਹੈ, ਬਾਜੇ ਕੇ ਤੇ ਲਾਣਾ ਗਲਤ ਹੈ? ਨਹੀਂ, ਮਤਲਬ ਐਨਐਸਏ ਅਸੀਂ ਤਾਂ ਸ਼ੁਰੂ ਤੋਂ ਹੀ ਕਾਲੇ ਕਾਨੂੰਨਾਂ ਦਾ ਵਿਰੋਧ ਹੀ ਕਰਦੇ ਹਾਂ ਜੀ। ਕਿਸੇ ਤੇ ਵੀ ਨਹੀਂ ਲੱਗਣੀ ਚਾਹੀਦੀ ਜੀ। ਹਿੰਦੁਸਤਾਨ ਦੇ ਵਿੱਚ ਅਸੀਂ ਤਾਂ ਕਾਲੇ ਕਾਨੂੰਨਾਂ ਦੇ ਖਿਲਾਫ ਅੰਗਰੇਜ਼ਾਂ ਨਾਲ ਲੜੇ ਹਾਂ, ਤੇ ਜੇ ਕਾਲੇ ਕਾਨੂੰਨ 47 ਤੋਂ ਬਾਅਦ ਵੀ ਜਿਹੜੇ ਭਾਰਤੀ ਲੋਕਾਂ ਤੇ ਲੱਗਦੇ ਆ, ਕਿਸੇ ਦੇ ਵੀ ਲੱਗਣ, ਅਸੀਂ ਖਿਲਾਫ ਹੀ ਹਾਂ ਜੀ। ਤੇ ਤੁਸੀਂ ਸਿੱਧਾ ਵਿਰੋਧ ਕਿਉਂ ਨਹੀਂ ਕਰਦੇ ਫਿਰ ਉਸ ਕਾਲੇ ਕਾਨੂੰਨ ਦਾ? ਕਰ ਹੀ ਰਹੇ, ਹੁਣ ਮੈਂ ਕਹਿ ਹੀ ਰਿਹਾ ਜੀ। ਫਿਰ ਸਰਬਤ ਖਾਲਸਾ ਬੁਲਾ ਲਓ ਤੁਸੀਂ, ਇਹ ਸਰਬਤ ਸੰਗਤ ਸਾਬਤ ਕਰ ਦੇਗੀ ਵੀ ਕਿ ਸਰਬਤ ਖਾਲਸਾ ਜਿਹੜਾ ਹੁੰਦਾ ਨਾ ਜੀ, ਉਹ ਸਿਰਾਂ ਦਾ ਇਕੱਠ ਨਹੀਂ ਹੁੰਦਾ। ਸਰਬਤ ਖਾਲਸਾ ਇੱਕ ਬੜਾ ਪਵਿੱਤਰ ਕਨਸੈਪਟ ਹੈ ਸਿੱਖ ਧਰਮ ਦੇ ਵਿੱਚ, ਸਿੱਖ ਪੰਥ ਦੇ ਅੰਦਰ। ਇਹਦੇ 'ਚ ਦੁਨੀਆ ਭਰ ਦੀਆਂ ਸਿੱਖ ਸੰਪਰਦਾਵਾਂ ਹੁੰਦੀਆਂ, ਜਥੇਬੰਦੀਆਂ ਹੁੰਦੀਆਂ, ਧਿਰਾਂ ਹੁੰਦੀਆਂ ਨੇ। ਉਹਨਾਂ ਦਾ ਥਾਟ ਇਕੱਠਾ ਕਰਨਾ ਹੁੰਦਾ, ਉਹਨਾਂ ਦਾ ਵਿਚਾਰ ਇਕੱਠਾ ਕਰਨਾ ਹੁੰਦਾ ਹੈ। ਉਹਨੂੰ ਸਰਬਤ ਖਾਲਸਾ ਕਿਹਾ ਜਾਂਦਾ ਜੀ। ਵਿਚਾਰਾਂ ਦਾ ਇਕੱਠ, ਥਾਟ ਦਾ ਜਮਾਵੜਾ ਜਿਹੜਾ ਹੈ ਉਹ ਸਰਬਤ ਖਾਲਸਾ ਹੁੰਦਾ। ਕੋਈ ਸਿਰਾਂ ਦਾ ਇਕੱਠ ਸਰਬਤ ਖਾਲਸਾ ਨਹੀਂ ਹੁੰਦਾ। ਤੇ ਥਾਟ ਇਕੱਠਾ ਕਰਨ ਵਾਸਤੇ, ਕਿਉਂਕਿ ਦੁਨੀਆ ਦੇ ਵਿੱਚ ਸਿੱਖ ਫੈਲ ਚੁੱਕੇ ਨੇ। ਅੱਜ ਸਿੱਖ ਪੰਜਾਬ ਤੱਕ ਜਾਂ ਭਾਰਤ ਤੱਕ ਮਹਿਦੂਦ ਨਹੀਂ ਹੈ, ਦੁਨੀਆ ਦੇ ਵਿੱਚ ਫੈਲ ਚੁੱਕੇ ਨੇ। ਤੇ ਦੁਨੀਆ ਭਰ ਦੇ ਸਿੱਖਾਂ ਦੇ ਪ੍ਰਤੀਨਿਧਾਂ ਨੂੰ ਜਾਂ ਪ੍ਰਤੀਨਿਧਾਂ ਦੇ ਥਾਟ ਨੂੰ ਇਕੱਠਾ ਕਰਨਾ ਇਹ ਕੋਈ 10-15 ਦਿਨਾਂ ਦੀ ਖੇਡ ਥੋੜੀ ਹੁੰਦੀ ਹੈ। ਸਾਲਾਂ ਲੱਗ ਜਾਂਦੇ ਆ, ਸਾਲ 2 ਸਾਲ ਲੱਗ ਜਾਂਦੇ ਆ, ਕਿਉਂਕਿ ਸੰਭਵ ਨਹੀਂ। ਜੇ ਨਹੀਂ ਹੋ ਸਕਦਾ ਫਿਰ ਅੰਮ੍ਰਿਤਪਾਲ ਬਾਰ-ਬਾਰ ਜਥੇਦਾਰ ਸਾਹਿਬ ਨੂੰ ਇਹ ਅਪੀਲ ਕਿਉਂ ਕਰ ਰਿਹਾ ਹੈ? ਕਿਉਂਕਿ ਉਹਨੂੰ ਪਤਾ ਹੈ ਕਿ ਉਹ ਰਾਜਨੀਤਿਕ ਪਾਰਟੀ ਸਰਬਤ ਖਾਲਸਾ ਨਹੀਂ ਬੁਲਾ ਸਕਦੀ ਹੁੰਦੀ। ਮੇਰੇ ਖਿਆਲ ਸ਼ਾਇਦ ਉਹ ਇਸ ਕਰਕੇ ਕਹਿ ਰਿਹਾ। ਇੱਕ ਵਾਰੀ ਨਹੀਂ, 2 ਵੀਡੀਓ ਆਏ, ਦੋਨਾਂ 'ਚ ਇੱਕ ਤਰ੍ਹਾਂ ਨਾਲ ਇਹ ਹੈ ਕਿ ਤੁਹਾਨੂੰ ਮਜਬੂਰ ਕਰਨ ਵਾਲੀ ਸਥਿਤੀ ਕ੍ਰੀਏਟ ਕੀਤੀ ਗਈ ਕਿ ਜਥੇਦਾਰ ਸਾਹਿਬ ਬੁਲਾਉਣ ਹੀ ਬੁਲਾਉਣ। ਨਹੀਂ, ਮੈਂ ਉਹਦੀ ਵੀਡੀਓ ਮੈਂ ਸੁਣੀ ਨਹੀਂ ਗੀ, ਪਰ ਮੈਨੂੰ ਇੰਨਾ ਪਤਾ ਹੈ ਕਿ ਉਹਨੇ ਕਿਹਾ ਕਿ ਅਕਾਲ ਤਖਤ ਵੱਲੋਂ ਬੁਲਾਇਆ ਜਾਣਾ ਚਾਹੀਦਾ। ਤੇ ਮੈਂ ਇਹ ਗੱਲ ਸਮਝਦਾ ਕਿ ਉਹਨੇ ਇੰਨੀ ਸਮਝ ਹੈ ਕਿ ਪੋਲੀਟੀਕਲ ਪਾਰਟੀ ਸਰਬਤ ਖਾਲਸਾ ਨਹੀਂ ਬੁਲਾ ਸਕਦੀ। ਪੋਲੀਟੀਕਲ ਪਾਰਟੀ ਮੈਂ ਸਮਝਿਆ ਕੋਈ ਵੀ ਹੋਵੇ ਜਾਂ ਕੋਈ ਵੀ ਧਿਰ, ਇੱਕ ਧਿਰ ਸਰਬਤ ਖਾਲਸਾ ਨਹੀਂ ਬੁਲਾ ਸਕਦੀ। ਪਰ ਉਹ ਤੇ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹੈ। ਸਰਬਤ ਖਾਲਸਾ ਲਈ ਲੰਬਾ ਸਮਾਂ ਚਾਹੀਦਾ ਹੁੰਦਾ ਹੈ। ਕੋਈ ਇਹ ਥੋੜੀ ਐਸੀ ਕਹਤਾ ਸਰਬਤ ਖਾਲਸਾ ਵਿਸਾਖੀ ਤੇ ਸੱਦਿਆ ਜਾਂਦਾ ਜੀ ਤੇ ਲੱਖ ਬੰਦਾ ਇਕੱਠਾ ਹੋ ਗਿਆ ਤਾਂ ਸਰਬਤ ਖਾਲਸਾ ਹੋ ਗਿਆ। ਇਹ ਨਹੀਂ ਹੁੰਦਾ ਜੀ। ਤੁਹਾਨੂੰ ਵੈਸੇ ਲੱਗਦਾ ਹੈ ਕਿ ਮਰਿਆਦਾ ਦੇ ਤਹਿਤ ਇਸ ਤਰ੍ਹਾਂ ਕੋਈ ਵੀ ਇੱਕ ਆਦਮੀ ਜਾਂ ਕੋਈ ਵੀ ਇੱਕ ਇਸ਼ੂ ਨੂੰ ਲੈ ਕੇ ਇਹ ਗੱਲ ਅਪੀਲ ਕਰ ਸਕਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਜੀ ਸਰਬਤ ਖਾਲਸਾ ਬੁਲਾ ਲਓ? ਅਪੀਲ ਤਾਂ ਕੋਈ ਵੀ ਕਰ ਸਕਦਾ ਜੀ। ਉਹਦਾ ਸੁਪਰੀਮ ਕੋਰਟ 'ਚ, ਹਾਈ ਕੋਰਟ 'ਚ ਕੋਈ ਵੀ ਅਪੀਲ ਕਰ ਸਕਦਾ ਜੀ। ਉਹ ਅਪੀਲ ਕਰਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਅਪੀਲ ਕਰਨਾ ਹਰ ਸਿੱਖ ਦਾ ਅਧਿਕਾਰ ਹੈ ਜੀ। ਤੁਸੀਂ ਵੀ ਨਹੀਂ ਬੁਲਾਣਾ, ਇਸ ਗੱਲ ਦੇ ਨਿਚੋੜ ਤੇ ਤੁਸੀਂ ਕਿਵੇਂ ਪਹੁੰਚੇ ਇਸ ਵਾਰ? ਨਹੀਂ, ਸਾਨੂੰ ਪਤਾ ਹੈਗਾ ਕਿ ਮੈਂ ਫਿਰ ਬਾਰ-ਬਾਰ ਕਹਿ ਰਿਹਾ ਕਿ ਸਿਰ ਇਕੱਠੇ ਕਰਨੇ ਤਾਂ ਤੁਸੀਂ ਅੱਜ ਕੱਲ ਦੇ ਦਿਓ ਤੇ ਪਰਸੋਂ 2 ਲੱਖ ਬੰਦਾ ਇਕੱਠਾ ਕਰ ਲਾਂਗੇ ਜੀ। ਪਰ ਸਿਰ ਇਕੱਠੇ ਕਰਨੇ ਸਰਬਤ ਖਾਲਸਾ ਥੋੜੀ ਹੁੰਦਾ ਜੀ। ਅੰਮ੍ਰਿਤਪਾਲ ਦਾ ਇਹ ਕਹਿਣ ਦੇ ਪਿੱਛੇ ਕੀ ਮਕਸਦ ਹੋ ਸਕਦਾ ਫਿਰ? ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ। ਕੀ ਪਤਾ ਜੀ, ਉਹ ਹੀ ਦੱਸ ਸਕਦਾ ਜੀ। ਥੋੜਾ ਫਸਿਆ ਮਹਿਸੂਸ ਕਰ ਰਹੇ ਹੋ ਇਸ ਟਾਈਮ ਆਪਣੇ ਆਪ ਨੂੰ ਜੋ ਮੌਜੂਦਾ ਹਾਲਾਤ? ਬਿਲਕੁਲ ਵੀ ਨਹੀਂ ਜੀ, 1% ਵੀ ਨਹੀਂ ਜੀ। ਬਿਲਕੁਲ ਫ੍ਰੀ, ਕੋਈ ਫਸੇ ਨਹੀਂ ਜੀ। 13 ਅਪ੍ਰੈਲ ਨੂੰ ਇਸ ਵਾਰ ਵਿਸਾਖੀ ਤੇ ਦਮਦਮਾ ਸਾਹਿਬ ਸੰਗਤਾਂ ਹਮੇਸ਼ਾ ਆਉਂਦੀਆਂ ਔਰ ਬੜਾ ਪਵਿੱਤਰ ਦਿਹਾੜਾ ਹੁੰਦਾ ਹੈ। ਜੇ ਇਸ ਵਾਰ ਅੰਮ੍ਰਿਤਪਾਲ ਉੱਥੇ ਆ ਜਾਂਦਾ ਫਿਰ ਕੀ ਹੋਊਗਾ ਜੀ? ਕੁਛ ਵੀ ਨਹੀਂ। 15 ਲੱਖ ਸਿੱਖ ਇਕੱਠਾ ਹੋ ਰਿਹਾ ਉੱਥੇ ਜੀ। ਆਨੰਦਪੁਰ ਸਾਹਿਬ ਵੀ ਹੋ ਰਿਹਾ। ਪੁਲਿਸ ਆਪਣਾ ਕੰਮ ਕਰੇਗੀ, ਉਹ ਆਪਣਾ ਕਰੇਗਾ। ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਆ ਸਕਦੇ ਆ ਉੱਥੇ? ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਕਿਆਸ ਲਗਾਏ ਜਾ ਰਹੇ ਆ ਇਸ ਤਰ੍ਹਾਂ ਦੇ, ਏਜੰਸੀਆਂ ਦੇ ਇਨਪੁਟ ਵੀ ਹੈ। ਏਜੰਸੀਆਂ ਨੂੰ ਹੋ ਸਕਦਾ ਪਤਾ ਹੋਵੇ, ਸਰਕਾਰਾਂ ਨੂੰ ਹੋ ਸਕਦਾ ਪਤਾ ਹੋਵੇ, ਪਰ ਮੇਰੇ ਕੋਲੇ ਕੋਈ ਇਦਾਂ ਦੀ ਇਨਪੁਟ ਨਹੀਂ ਹੈ। ਕਿਉਂਕਿ ਤੁਸੀਂ ਇੱਕ ਤਰਫ ਕਿਹਾ ਉਹਨਾਂ ਨੂੰ ਕਿ ਸਰੈਂਡਰ ਕਰ ਦੇਣਾ ਚਾਹੀਦਾ ਹੈ, ਦੂਜੀ ਸਾਈਡ ਗਵਰਨਮੈਂਟ ਪੱਖ ਇਹ ਕਹਿ ਰਿਹਾ ਹੈ ਕਿ ਵਿਸਾਖੀ ਦੇ ਦਿਹਾੜੇ ਤੇ ਦਮਦਮਾ ਸਾਹਿਬ ਆ ਸਕਦਾ ਹੈ ਅੰਮ੍ਰਿਤਪਾਲ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਮੇਲ ਕਰਕੇ ਮੈਂ ਤੁਹਾਡੇ ਤੋਂ ਸਵਾਲ ਪੁੱਛਣ ਦੀ ਗੁਸਤਾਖੀ ਕਰ ਰਿਹਾ। ਅਗਰ ਆ ਜਾਂਦੇ ਆ ਤਾਂ ਅੰਮ੍ਰਿਤਪਾਲ ਦੇ ਉੱਥੇ ਆਉਣ ਨਾਲ ਜੋ ਮਾਹੌਲ ਬਣੇਗਾ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਹੀ ਹੋਏਗਾ ਜਾਂ ਗਲਤ ਹੋਏਗਾ? ਕੀ ਮਾਹੌਲ ਬਣੇਗਾ? ਪੁਲਿਸ ਉਹਦੀ ਤਲਾਸ਼ ਕਰ ਰਹੀ ਹੈ, ਲੱਭ ਰਹੀ ਹੈ, ਭਾਲ ਰਹੀ ਹੈ, ਏਜੰਸੀਆਂ ਲੱਭ ਰਹੀਆਂ। ਕੀ ਹੋ ਜਾਏਗਾ? ਜੋ ਆਏਗਾ ਪੁਲਿਸ ਉਹਨੂੰ ਅਰੈਸਟ ਕਰ ਲੇਗੀ। ਹੋਰ ਕੀ ਹੋਏਗਾ ਜੀ? ਤੁਹਾਨੂੰ ਲੱਗਦਾ ਹੈ ਕਿ 15 ਲੱਖ ਦੀ ਸੰਗਤ ਦੇ ਵਿੱਚ ਕਿਸੇ ਨੂੰ ਅਰੈਸਟ ਕੀਤਾ ਜਾਣਾ ਇੰਨਾ ਆਸਾਨ ਹੈ? ਨਹੀਂ, ਇਦਾਂ ਨਹੀਂ ਕੋਈ ਗੱਲ ਹੈਗੀ। ਉਹ 15 ਲੱਖ ਸਾਰੇ ਦੇ ਸਾਰੇ ਤਖ਼ਤ ਸਾਹਿਬ ਮੱਥਾ ਟੇਕਣ ਵਾਲੀ ਸ਼ਰਧਾਲੂ ਯਾਤਰੂ ਹੁੰਦੇ ਆ। ਇਦਾਂ ਦੀ ਨਹੀਂ ਹੁੰਦੀ। ਬਾਕੀ ਜਿਸ ਕਿਸਮ ਦੀਆਂ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੈ, ਗੱਡੀਆਂ ਦੀ ਚੈਕਿੰਗ ਉਹ ਕਰ ਰਹੇ ਨੇ, ਬੜੀ ਮੁਸ਼ਕਲ ਹੁੰਦੀ ਹੈ ਸਥਿਤੀ ਪੈਦਾ ਹੋਣਾ ਜੀ। ਲੇਕਿਨ ਇੰਨੀ ਸੰਗਤ ਚ ਆਉਣ ਲਈ ਇੱਕ ਬੰਦੇ ਨੂੰ ਚੈੱਕ ਵੀ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਲੱਗਦਾ ਹੈ ਕਿ ਸੰਗਤ ਨੂੰ ਦਿੱਕਤ ਹੋ ਰਹੀ ਹੈ ਪੁਲਿਸ ਦੇ ਅਰੇਂਜਮੈਂਟਸ ਕਰਕੇ? ਹਾਂ, ਥੋੜੀ ਬਹੁਤੀ ਤਾਂ ਹੁੰਦੀ ਹੈ ਜੀ। ਦੇਖੋ, ਕਿਸੇ ਨੂੰ ਰੋਕਿਆ ਜਾਂਦਾ ਹੈ। ਪਰਸੋਂ ਵੀ ਅਸੀਂ ਇਹ ਕਿਹਾ ਸੀ ਕਿ ਪੁਲਿਸ ਦੇਖੋ ਚੈੱਕ ਕਰਨਾ, ਸੁਰੱਖਿਆ ਪ੍ਰਬੰਧ ਦੇਖੜੇ ਰੱਖਣੇ ਇਹ ਪ੍ਰਸ਼ਾਸਨ ਦੀ, ਪੁਲਿਸ ਦੀ ਜ਼ਿੰਮੇਵਾਰੀ ਹੈ। ਉਸ ਵਿਊ ਤੇ ਅਗਰ ਉਹਨਾਂ ਨੂੰ ਕਿਸੇ ਬੰਦੇ ਦੀ ਤਲਾਸ਼ ਹੈ ਤੇ ਉਹ ਗੱਡੀਆਂ ਦੇ ਵਿੱਚ ਸਿਰ ਦੇਖੇ, ਬੰਦੇ ਦੇਖੇ, ਚਿਹਰੇ ਦੇਖੇ ਤੇ ਗੱਡੀ ਜਾਣ ਦੇ। ਲੇਕਿਨ ਜਿਹੜੇ ਸਾਡੇ ਕੋਲ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਕੋਲੇ ਗੱਲਾਂ ਆਈਆਂ ਹੋਏ ਕਿ ਲੇਡੀਜ਼ ਦੇ ਪਰਸ ਵੀ ਖੁਲਾ ਕੇ ਦੇਖੇ ਜਾ ਰਹੇ ਸੀ, ਅਸੀਂ ਪ੍ਰਸ਼ਾਸਨ ਨੂੰ ਉਸੇ ਵੇਲੇ ਕਿਹਾ ਤੇ ਉਹਨਾਂ ਨੇ ਇਹ ਚੀਜ਼ ਬੰਦ ਕਰ ਦਿੱਤੀ ਸੀ। ਅਗਰ ਅੰਮ੍ਰਿਤਪਾਲ ਉੱਥੇ ਵਿਸਾਖੀ ਵਾਲੇ ਦਿਨ ਆ ਜਾਂਦਾ ਹੈ ਔਰ ਕਿਸੇ
ਵੱਡੇ ਅਹੁਦੇ ਲਈ ਕੋਈ ਵੱਡੀ ਅਪੀਲ ਕਰ ਦਿੰਦੇ ਆ ਫਿਰ ਮੈਨੂੰ ਪਤਾ ਨਹੀਂ ਕਿ ਵੱਡੇ ਕਿਹਨੂੰ ਅਪੀਲ ਕਰੇਗਾ ਵੱਡੇ ਉਹਦੇ ਲਈ ਜੀ ਕੀ ਮੈਨੂੰ ਤਾਂ ਕੋਈ ਦੇ ਮੰਨ ਲਓ ਜਿਸ ਤਰ੍ਹਾਂ ਚੱਬੇ ਸਰਬੱਤ ਖਾਲਸਾ ਹੋਇਆ ਸੀਗਾ ਅਕਾਲੀ ਦਲ ਦੀ ਗਵਰਨਮੈਂਟ ਹੁੰਦੀ ਸੀ ਬੀਜੇਪੀ ਅਕਾਲੀ ਦਲ ਦੀ ਫੈਸਲਾ ਸਿਰ ਨਹੀਂ ਕਰਦੇ ਜੀ ਫੈਸਲਾ ਥੌਟ ਦੇ ਆਧਾਰ ਤੇ ਹੁੰਦਾ ਜੀ ਨਹੀਂ ਅਗਰ ਮੰਨ ਲਓ ਕਿ ਵਿਸਾਖੀ ਵਾਲੇ ਦਿਨ ਇਹ ਹੋ ਜਾਂਦਾ ਹੈ ਕਿ ਫਲਾਨੀ ਜਗ੍ਹਾ ਦਾ ਇਸ ਬੰਦੇ ਨੂੰ ਆ ਲਗਾਇਆ ਜਾਂਦਾ ਹੈ ਤੇ ਤੁਹਾਡਾ ਕੀ ਰਿਐਕਸ਼ਨ ਹੋਏਗਾ ਇੱਥੇ ਹੋਲੇ ਮਹੱਲੇ ਤੇ 25 ਲੱਖ ਦਾ ਇਕੱਠ ਹੁੰਦਾ ਹੈ ਕੋਈ ਉੱਥੇ 200 ਬੰਦਾ ਇਕੱਠਾ ਹੋ ਕੇ ਤੇ ਉਹ ਕਹਦੇ ਜੀ ਮੈਂ ਆ ਲਗਾਇਆ ਜਾਂਦਾ ਤੇ ਉਹ ਇਹ ਥੋੜੀ ਗੱਲ ਹੁੰਦੀ ਹੈ ਸਾਡੀਆਂ ਪਰੰਪਰਾਵਾਂ ਨੇ ਸਾਡੀਆਂ ਮਾਨਤਾਵਾਂ ਨੇ ਸਾਡੀ ਕੋਈ ਮਰਿਆਦਾ ਹੈ ਐ ਥੋੜੀ ਹੁੰਦਾ ਜੀ ਮੈਂ ਜਥੇਦਾਰ ਸਾਹਿਬ ਇਹੀ ਜਾਣਨਾ ਚਾਹੁੰਦਾ ਸੀ ਕਿ ਅਗਰ ਕੋਈ ਆਦਮੀ ਸੈਲਫ ਸਟਾਈਲਡ ਕੋਈ ਅਨਾਉਂਸਮੈਂਟ ਕਰ ਦਿੰਦਾ ਹੈ ਤਾਂ ਸੰਗਤ 'ਚ ਉਹ ਐਕਸੈਪਟੇਬਲ ਨਹੀਂ ਹੁੰਦਾ ਨਾ ਇਹ 5 ਕਰੋੜ ਬੰਦਾ ਇਕੱਠਾ ਕਰਕੇ ਕਹਿ ਦੂਗਾ ਮੈਂ ਪ੍ਰਧਾਨ ਮੰਤਰੀ ਥਾਪ ਰਹੇ ਅਸੀਂ ਬਰਾਬਰ ਤੇ ਜੇ ਪੰਜਾਬ ਦੇ ਵਿੱਚੋਂ 2 ਲੱਖ 20 ਲੱਖ ਬੰਦਾ ਇਕੱਠਾ ਕਰਕੇ ਕਹਿ ਦੂ ਅਸੀਂ ਪੰਜਾਬ ਦਾ ਸੀਐਮ ਥਾਪਤਾ ਇਹ ਇੱਕ ਪ੍ਰਕਿਰਿਆ ਮਰਿਆਦਾ ਪਰੰਪਰਾ ਹੁੰਦੀ ਹੈ ਸੀਐਮ ਬਣਨ ਲਈ ਪ੍ਰਧਾਨ ਮੰਤਰੀ ਬਣਨ ਲਈ ਥਾਟ ਇਕੱਠੇ ਹੋ ਕੇ ਕੋਈ ਫੈਸਲਾ ਕਰਨ ਵਿਚਾਰ ਇਕੱਠੇ ਹੋ ਕੇ ਫੈਸਲਾ ਕਰਨ ਜਿਹਦੇ ਚ ਸਿੱਖਾਂ ਦੀਆਂ ਸਾਰੀਆਂ ਨੁਮਾਇੰਦਾ ਧਿਰਾਂ ਨੁਮਾਇੰਦਾ ਜਮਾਤਾਂ ਸ਼ਾਮਲ ਹੋਣ ਉਹ ਫੈਸਲਾ ਕਰਨ ਉਹ ਫੈਸਲਾ ਵਾਇਲਟ ਹੈ ਔਰ ਵਾਇਲਟ ਮੰਨਿਆ ਵੀ ਜਾਣਾ ਚਾਹੀਦਾ ਹੈ ਲੋਕਾਂ ਦਾ ਸਮੂਹ ਇਕੱਠਾ ਹੋ ਕੇ ਤੇ ਉਹ ਕਹੇ ਕਿ ਇਹ ਅੱਜ ਤੋਂ ਬਾਅਦ ਸਟੇਟ ਦਾ ਜਿਹੜਾ ਸੀਐਮ ਹੈ ਅਸੀਂ ਇਲੈਕਟਡ ਨੂੰ ਨਹੀਂ ਮੰਨਦੇ ਅਸੀਂ ਇਹਨੂੰ ਮੰਨਦੇ ਆ ਇਹ ਚੀਜ਼ਾਂ ਕਿੱਥੇ ਸਵੀਕਾਰ ਕਰਦੇ ਸਿੱਖ ਪਰੰਪਰਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜੀ ਜਿਹੜਾ ਇਹ ਮਾਹੌਲ ਬਣਿਆ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਪੰਜਾਬ ਦੇ ਹਿੱਤ 'ਚ ਸਿੱਖਾਂ ਦੇ ਵੀ ਹਿੱਤ 'ਚ ਨਹੀਂ ਹੈ ਪੰਜਾਬ ਦੇ ਵੀ ਹਿੱਤ 'ਚ ਨਹੀਂ ਇਹਦੇ 'ਚੋਂ ਆਪਾਂ ਕਿਵੇਂ ਬਾਹਰ ਆਵਾਂਗੇ ਸਰਕਾਰ ਨੂੰ ਇਹੋ ਕਹਿ ਰਹੇ ਹਾਂ ਕਿ ਥੋੜਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਰਿਹਾ ਇਹਨੂੰ ਰੋਕਣ ਦਾ ਯਤਨ ਕਰੋ ਅਸੀਂ ਵੀ ਖੁਦ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਇਹ ਮਾਹੌਲ ਬਣਿਆ ਕਿਉਂ ਪਿਛਲੇ 8-9 ਮਹੀਨਿਆਂ 'ਚ ਹੀ ਪੰਜਾਬ ਚੰਗਾ ਭਲਾ ਚੱਲ ਰਿਹਾ ਸੀ ਅਸੀਂ ਵੀ 25 ਸਾਲਾਂ ਤੋਂ ਇੱਥੇ ਹੀ ਜਰਨਲਿਜ਼ਮ ਕਰ ਰਹੇ ਹਾਂ ਅਚਾਨਕ ਇਹ 7-8 ਮਹੀਨਿਆਂ 'ਚ ਕੀ ਦੇਖੋ ਇਹ ਖਲਾ ਜਿਹੜਾ ਪੈਦਾ ਹੁੰਦਾ ਨਾ ਜੀ ਇਹ ਕੋਈ ਇੱਕ ਦਿਨ ਦੇ ਵਿੱਚ ਜਾਂ 2 ਦਿਨਾਂ 'ਚ ਪੈਦਾ ਨਹੀਂ ਹੁੰਦਾ ਸਿੱਖਾਂ ਦੇ ਅੰਦਰ ਜਿਹੜੀ ਬੇਚੈਨੀ ਹੈ ਜਾਂ ਬੇਗਾਨਗੀ ਹੈ ਇਹ ਕੋਈ ਅੱਜ ਨਵੀਂ ਪੈਦਾ ਨਹੀਂ ਹੋਈ ਹੈ ਇਹ ਬੜੇ ਲੰਬੇ ਸਮੇਂ ਤੋਂ ਪੈਦਾ ਹੁੰਦੀ ਹੈ ਤੇ ਉਹ ਬੇਚੈਨੀ ਜਿਹੜੀ ਹੈ ਸਿੱਖਾਂ ਦੇ ਅੰਦਰ ਜਿਹੜਾ ਬੇਗਾਨਗੀ ਦਾ ਅਹਿਸਾਸ ਹੈ ਤੇ ਉਹ ਕਿਤੇ ਨਾ ਕਿਤੇ ਬਾਹਰ ਆਉਂਦਾ ਹੈ ਕਿਹਨਾਂ ਗੱਲਾਂ ਨੂੰ ਲੈ ਕੇ ਬੇਗਾਨਗੀ ਲੱਗਦੀ ਹੈ ਵਾਅਦੇ ਕੀਤੇ 47 ਤੋਂ ਪਹਿਲਾਂ ਸਿੱਖਾਂ ਦੇ ਨਾਲ 75 ਵਾਅਦੇ ਕੀਤੇ 75 ਸਾਲ ਹੋ ਗਏ ਮੈਂ 75 ਇੱਕ ਵਾਅਦਾ ਜਿਹੜਾ ਉਹ ਦੱਸ ਸਕਦਾ ਹੈਗਾ ਸਾਡੇ ਕੋਲ ਲਿਸਟ ਹੈਗੀ ਹੈ ਤੇ ਉਹ ਪੂਰੇ ਨਹੀਂ ਹੋਏ ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨਾਲ ਬੇਗਾਨਗੀ ਦਾ ਅਹਿਸਾਸ ਤਾਂ ਹੁੰਦਾ ਹੈ ਜੀ ਕਿਆ ਤੁਹਾਡੀ ਲੀਡਰਸ਼ਿਪ ਜਾਂ ਪੰਜਾਬ ਨੂੰ ਜਿਹੜੇ ਚਲਾਉਣ ਵਾਲੇ ਲੋਕ ਹੈ ਉਹਨਾਂ ਨੇ ਇਹ ਗੱਲ ਦੀ ਮੰਗ ਕਦੀ ਵਾਅਦੇ ਕਰਨ ਵਾਲਿਆਂ ਨਾਲ ਰੱਖੀ ਵੀ ਤੁਸੀਂ ਕਿਉਂ ਨਹੀਂ ਦਿੱਤੇ ਰੱਖਣੀ ਚਾਹੀਦੀ ਸੀਗੀ ਰੱਖਦੇ ਵੀ ਰਹੇ ਆ ਜੀ ਧਰਮ ਯੁੱਧ ਮੋਰਚੇ ਲੱਗਦੇ ਰਹੇ ਆ ਪਾਣੀਆਂ ਨੂੰ ਲੈ ਕੇ ਮੋਰਚੇ ਲੱਗਦੇ ਰਹੇ ਆ ਪੰਜਾਬ ਭਾਸ਼ਾ ਦੇ ਆਧਾਰ ਤੇ ਸਟੇਟ ਬਣਾਉਣ ਲਈ ਮੋਰਚੇ ਲੱਗਦੇ ਰਹੇ ਆ ਕਿੱਥੇ ਮੰਨੀ ਗਈ ਹੈ ਗੱਲ ਚਲ ਅੱਜ ਦੀ ਲੀਡਰਸ਼ਿਪ ਨੇ ਨਹੀਂ ਰੱਖੀ ਮੰਗ ਹੋ ਸਕਦਾ ਚਲੋ ਨਹੀਂ ਰੱਖੀ ਹੋਣੀ ਲੇਕਿਨ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਕਰੀਏ ਲੀਡਰਸ਼ਿਪ ਤਾਂ ਚੀਕਦੀ ਰਹੀ ਹੈ ਪੰਜਾਬ ਦੀ ਜੀ ਕਿ ਸਾਡੇ ਨਾਲ ਨਾ ਇਨਸਾਫੀ ਨਾ ਕਰੋ ਸਾਡੇ ਨਾਲ ਧੱਕਾ ਨਾ ਕਰੋ ਜੇ ਬਾਕੀ ਸਟੇਟ ਤੁਸੀਂ ਭਾਸ਼ਾ ਦੇ ਆਧਾਰ ਤੇ ਬਣਾਏ ਆ ਤੇ ਪੰਜਾਬ ਵੀ ਬਣਾ ਦਿਓ ਜਿਹੜਾ ਪੰਜਾਬੀ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਕਰਨ ਦਾ ਮਸਲਾ ਜਾਂ ਮੰਗ ਜਿਹੜੀ ਹੈ ਕੋਈ ਸਿੱਖਾਂ ਦੀ ਥੋੜੀ ਸੀ ਤਾਂ ਪੰਜਾਬੀਆਂ ਦੀ ਮੰਗ ਸੀ ਸਿੱਖਾਂ ਨੂੰ ਜੋੜ ਦਿੱਤਾ ਗਿਆ ਪਾਣੀਆਂ ਦਾ ਮਸਲਾ ਪੈਦਾ ਹੋਇਆ ਪਾਣੀਆਂ ਦਾ ਮਸਲਾ ਕੋਈ ਸਿੱਖਾਂ ਦਾ ਮਸਲਾ ਸੀ ਇਹ ਸਟੇਟ ਦੇ ਲੋਕਾਂ ਦਾ ਮਸਲਾ ਸੀ ਜੇ ਕਿਸਾਨ ਖੁਸ਼ਹਾਲ ਹੈ ਤੇ ਦੁਕਾਨਦਾਰ ਵੀ ਖੁਸ਼ਹਾਲ ਹੈ ਨੌਕਰੀ ਪੇਸ਼ਾ ਵੀ ਖੁਸ਼ਹਾਲ ਹੈ ਜੇ ਪਾਣੀ ਮਿਲਦਾ ਤਾਂ ਤੇ ਜੇ ਪਾਣੀ ਨਹੀਂ ਮਿਲਦਾ ਕਿਸਾਨੀ ਮਰ ਜਾਂਦੀ ਹੈ ਤੇ ਦੁਕਾਨਦਾਰੀ ਕਿੱਥੇ ਚੱਲੇਗੀ ਤਾਂ ਇਹ ਪੂਰੇ ਸਟੇਟ ਦੇ ਲੋਕਾਂ ਦਾ ਮਸਲਾ ਸੀ ਲੇਕਿਨ ਇਹ ਵੀ ਕਹਿੰਦੇ ਜੀ ਇਹ ਤਾਂ ਸਿਰਫ ਸਿੱਖਾਂ ਦਾ ਮਸਲਾ ਸੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਜਿਸ ਤਰ੍ਹਾਂ ਦਾ ਅੱਜ ਪੰਜਾਬ 'ਚ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਸਾਡੇ ਮਸਲੇ ਹੱਲ ਹੋ ਜਾਣਗੇ ਨਹੀਂ ਇਸ ਤਰ੍ਹਾਂ ਦੇ ਮਸਲੇ ਬਣਾ ਕੇ ਹੱਲ ਨਹੀਂ ਹੁੰਦੇ ਹੁਣ ਇਹ ਸੰਵਾਦ ਨਾਲ ਹੀ ਹੈ ਚਾਹੇ ਅੱਜ ਹੋ ਜਾਣ ਕੱਲ ਹੋ ਜਾਣ ਪਰ ਸੰਵਾਦ ਲਈ ਦੋਵੇਂ ਧਿਰਾਂ ਦਾ ਰਾਜੀ ਹੋਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ ਤੁਹਾਡੀ ਲੀਡਰਸ਼ਿਪ ਕਿਉਂ ਸੰਵਾਦ ਦੀ ਪਹਿਲ ਨਹੀਂ ਅਸੀਂ ਤਾਂ ਤਿਆਰ ਹਾਂ ਜੀ ਹੁਣ ਸਰਕਾਰ ਵੀ ਕੋਸ਼ਿਸ਼ ਕਰੇ ਨਾ ਅਕਾਲੀ ਦਲ ਵੀ 10 ਸਾਲ ਬੀਜੇਪੀ ਦੇ ਨਾਲ ਪਾਵਰ 'ਚ ਰਿਹਾ ਹੈ ਔਰ 14 ਤੋਂ ਅਗਰ ਬੀਜੇਪੀ ਦੀ ਸਰਕਾਰ ਹੈ ਤੁਹਾਡਾ ਕੋਈ ਡੈਲੀਗੇਸ਼ਨ ਉਹਨਾਂ ਨਾਲ ਵਿਚਾਰ ਵਟਾਂਦਰੇ ਲਈ ਕਿਉਂ ਪਹਿਲ ਨਹੀਂ ਕਰਦਾ ਜੇ ਅੱਜ ਦੀ ਲੀਡਰਸ਼ਿਪ ਨੇ ਗੱਲ ਨਹੀਂ ਕੀਤੀ ਚਲੋ ਮੰਨ ਲੈਂਦੇ ਆ ਇਹਨਾਂ ਦੀ ਗਲਤੀ ਸੀ ਗੱਲ ਨਾ ਕਰਨਾ ਲੇਕਿਨ ਪੁਰਾਣੀ ਲੀਡਰਸ਼ਿਪ ਤਾਂ ਗੱਲ ਕਰਦੀ ਰਹੀ ਉਦੋਂ ਕਿਹੜਾ ਮੰਨ ਲਈਏ ਜੀ ਉਦੋਂ ਤਾਂ ਮੋਰਚੇ ਵੀ ਲਗਾਏ ਗਏ ਆਪਾਂ ਹੁਣ ਕੀ ਮੰਨੀਏ ਕਿ ਸਾਡੀਆਂ ਮੰਗਾਂ ਮੰਨੀਏ ਨਹੀਂ ਜਾਣੀਆਂ ਜਾਂ ਸਾਡੀਆਂ ਮੰਗਾਂ ਨੂੰ ਮਨਵਾਉਣ ਲਈ ਅਸੀਂ ਲੀਡਰਸ਼ਿਪ ਨੂੰ ਫੋਰਸ ਹੀ ਨਹੀਂ ਕਰਨਾ ਕਿ ਤੁਸੀਂ ਜਾਓ ਔਰ ਉਹਨਾਂ ਤੇ ਦਬਾਅ ਬਣਾਓ ਜਿਹੜੇ ਸਾਨੂੰ ਸਾਡੇ ਹੱਕ ਦੇ ਸਕਦੇ ਲੀਡਰਸ਼ਿਪ ਜਿਹੜੀ ਹੈ ਉਹਨੂੰ ਇਹ ਚੀਜ਼ਾਂ ਉਠਾਉਣੀਆਂ ਚਾਹੀਦੀਆਂ ਨੇ ਅੱਜ ਪੰਜਾਬ ਦੇ ਵਿੱਚ ਰੂਲ ਕਰ ਰਹੀ ਹੈ ਭਗਵੰਤ ਮਾਨ ਦੀ ਪਾਰਟੀ ਤੇ ਇਹਨਾਂ ਨੂੰ ਵੀ ਇਹ
ਸੈਂਟਰਲ ਗਵਰਨਮੈਂਟ ਕੋਲੋਂ ਮਸਲੇ ਚੱਕਣੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਬੁਨਿਆਦੀ ਕਿਆ ਮਸਲੇ ਚੀਫ ਨੇ। ਮਿਨਿਸਟਰ ਨਾਲ ਕਦੀ ਮੌਜੂਦਾ ਚੀਫ ਮਿਨਿਸਟਰ ਨਾਲ ਤੁਹਾਡੀ ਇਸ ਬਾਰੇ ਗੱਲ ਹੋਈ ਕਿ ਤੁਸੀਂ ਇਹ ਮਸਲੇ ਪੰਜਾਬ ਦੇ ਚੁੱਕੋ? ਹਾਂ, ਜਦੋਂ ਵੀ ਉਹ ਮਿਲਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਤਾਂ ਕੀ ਅਸੀਂ ਗੱਲ ਹੀ ਪੰਜਾਬ ਦੇ ਹਿੱਤਾਂ ਦੀ ਕੀਤੀ ਹੈ, ਦੂਜੀ ਕੋਈ ਗੱਲ ਹੀ ਨਹੀਂ ਕੀਤੀ ਸੀ। ਅਗਰ ਜਥੇਦਾਰ ਸਾਹਿਬ ਇਹ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਫਿਰ ਕੋਈ ਨਾ ਕੋਈ ਅੰਮ੍ਰਿਤਪਾਲ ਪੰਜਾਬ 'ਚ ਇਸੇ ਤਰ੍ਹਾਂ ਆਉਂਦਾ ਰਹੇਗਾ ਔਰ ਇਹਨਾਂ ਚੀਜ਼ਾਂ ਨੂੰ ਅੱਗੇ ਲਿਜਾਣ ਲਈ ਫਿਰ ਪੰਜਾਬ ਇਹ ਬਾਰ-ਬਾਰ ਇਸੇ ਦੌਰ 'ਚੋਂ ਗੁਜ਼ਰਦਾ ਰਹੇਗਾ। ਮੇਰਾ ਸਵਾਲ ਇਹ ਹੈ ਇਹਦੇ 'ਚੋਂ ਇਹਦਾ ਪਰਮਾਨੈਂਟ ਸੋਲੂਸ਼ਨ ਅਸੀਂ ਕਿਉਂ ਨਹੀਂ ਕੱਢਦੇ? ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹਰ ਵਾਰ ਇਸ ਤਰ੍ਹਾਂ ਹੁੰਦਾ ਰਹੇਗਾ, ਹਰ ਵਾਰੀ ਮਾਹੌਲ ਇਸ ਤਰ੍ਹਾਂ ਦਾ ਖਰਾਬ ਹੁੰਦਾ ਰਹੇਗਾ, ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਸੋਚਣੀਆਂ ਚਾਹੀਦੀਆਂ ਜੀ ਵੀ ਇਹ ਚੀਜ਼ ਨਾ ਹੋਵੇ ਜੀ। ਤੁਸੀਂ ਇਸ ਗੱਲ ਨਾਲ ਕਿੰਨਾ ਕਿ ਇਤਫਾਕ ਰੱਖਦੇ ਹੋ ਕਿ ਅੰਮ੍ਰਿਤਪਾਲ ਦਾ ਜਿਹੜਾ ਇਹ ਪੂਰਾ ਅਗਰ ਅਸੀਂ 7-8 ਮਹੀਨਿਆਂ ਦਾ ਪੰਜਾਬ ਦਾ ਟੈਨਿਓਰ ਦੇਖੀਏ ਤਾਂ ਇਹ ਇੱਕ ਡਿਜ਼ਾਈਨਡ ਗੇਮ ਸੀ? ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਸੀ ਵੀ ਡਿਜ਼ਾਈਨਡ ਗੇਮ ਸੀ ਜਾਂ ਨਹੀਂ ਸੀ। ਮੈਨੂੰ ਨਾ ਮੈਂ ਸਮਝ ਲੈਣ ਦਾ ਯਤਨ ਕੀਤਾ, ਨਾ ਹੀ ਮੈਂ ਸਮਝਿਆ ਜੀ। ਪਰ ਜਿਸ ਵਜ੍ਹਾ ਨਾਲ ਪੰਜਾਬ ਅੱਜ ਜਿੱਥੇ ਖੜਾ ਹੋ ਗਿਆ ਜਾ ਕੇ, ਜਾਂ ਜੋ ਵਿਚਾਰਧਾਰਾ ਜਾਂ ਜੋ ਗੱਲ ਆਮ ਆਦਮੀ 'ਚ ਚੱਲ ਰਹੀ ਹੈ, ਜਾਂ ਜੋ ਪੰਜਾਬ ਨੂੰ ਲੈ ਕੇ ਬਾਕੀ ਦੇਸ਼ 'ਚ ਗੱਲ ਚੱਲ ਰਹੀ ਹੈ, ਆਪਾਂ ਨੂੰ ਇਹ ਸੋਚਣਾ ਪਏਗਾ ਹਾਂ ਕਿ ਬਿਲਕੁਲ, ਇਹ ਕਿਉਂ ਹੋਇਆ, ਬਿਲਕੁਲ ਕਿਹਦੀ ਵਜ੍ਹਾ ਨਾਲ ਹੋਇਆ। ਅਸੀਂ ਤਾਂ ਚਲੋ ਆਪਣੇ ਪੱਧਰ ਤੇ ਸੋਚ ਹੀ ਰਹੇ ਹਾਂ, ਪਰ ਸਰਕਾਰ ਕੋਲੇ ਮਸ਼ੀਨਰੀ ਹੈ, ਪਾਵਰ ਹੈ, ਟੂਲ ਨੇ ਬੜੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ। ਸਰਕਾਰ ਨੂੰ ਸਾਡੇ ਨਾਲੋਂ ਵੱਧ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੀ। ਅਸੀਂ ਸਹਿਯੋਗ ਕਰਾਂਗੇ। ਅੰਮ੍ਰਿਤਪਾਲ 18 ਮਾਰਚ ਨੂੰ ਪੰਜਾਬ ਤੋਂ ਪੁਲਿਸ ਫੜਨ ਦੀ ਕੋਸ਼ਿਸ਼ ਕਰਦੀ ਹੈ, ਅੰਮ੍ਰਿਤਪਾਲ ਇੱਥੋਂ ਨਿਕਲ ਜਾਂਦਾ ਹੈ, ਫਿਰ ਉਹ ਪੀਲੀਭੀਤ ਤੱਕ ਜਾ ਕੇ ਵਾਪਸ ਪੰਜਾਬ ਆ ਜਾਂਦਾ ਹੈ। ਤੁਸੀਂ ਕਦੀ ਇਸ ਤਰ੍ਹਾਂ ਦਾ ਕੋਈ ਮੋਡਿਊਲ ਦੇਖਿਆ ਜਿਹੜਾ ਪੁਲਿਸ ਤੋਂ ਬਚਣ ਲਈ ਸੂਬੇ ਚੋਂ ਭੱਜ ਗਿਆ ਹੋਏ ਤੇ ਫਿਰ ਵਾਪਸ ਆ ਗਿਆ ਹੋਏ? ਇਹਦੀ ਕੀ ਵਜ੍ਹਾ ਹੈ? ਮੈਨੂੰ ਇਹਦੇ ਬਾਰੇ ਨਹੀਂ ਕੁਝ ਪਤਾ ਜੀ। ਮੈਂ ਇਹਦੇ ਬਾਰੇ ਕੀ ਦੱਸ ਸਕਦਾ ਜੀ? ਉਹ ਪੀਲੀਭੀਤ ਗਿਆ ਨਹੀਂ ਗਿਆ, ਮੈਨੂੰ ਤਾਂ ਇਹਦਾ ਵੀ ਨਹੀਂ ਪਤਾ ਜੀ। ਖਬਰਾਂ 'ਚ ਤੁਸੀਂ ਦੇਖਿਆ ਹੀ ਹੋਣਾ, ਸੀਸੀਟੀਵੀ ਦੇਖੇ ਹੋਣੇ, ਫੋਟੋਆਂ ਆਉਂਦੀਆਂ ਰਹੀਆਂ। ਅੱਜ ਕੱਲ ਖਬਰਾਂ ਦੇਖਣੀਆਂ ਛੱਡੀਆਂ ਹੋਈਆਂ ਕਿਉਂਕਿ 90% ਫੇਕ ਹੁੰਦੀਆਂ ਜੀ। ਤੁਸੀਂ ਥੋੜਾ ਦਬਾਅ 'ਚ ਲੱਗ ਰਹੇ ਹੋ ਮੈਨੂੰ। ਨਾ ਨਾ ਬਿਲਕੁਲ ਨਹੀਂ, ਦਬਾਅ ਮੇਰੇ ਤੇ ਕਿਹਦਾ ਹੋਣਾ ਜੀ? ਅਗਰ ਹੈ ਕਿਸੇ ਦਾ ਤਾਂ ਦੱਸੋ। ਨਾ 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 1% ਵੀ ਨਹੀਂ। ਇਹ ਮੌਜੂਦਾ ਹਾਲਾਤ ਨੂੰ ਕੌਣ ਠੀਕ ਕਰ ਸਕਦਾ? ਤੁਹਾਡੇ ਹਿਸਾਬ ਨਾਲ ਸਬਜੈਕਟ ਸਟੇਟ ਗਵਰਨਮੈਂਟ ਦਾ ਹੈ। ਤੁਹਾਨੂੰ ਲੱਗਦਾ ਹੈ ਕਿ ਸੈਂਟਰ ਔਰ ਸਟੇਟ ਨੂੰ ਮਿਲ ਕੇ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਕਈ ਮਸਲੇ ਸੈਂਟਰ ਨਾਲ ਜੁੜੇ ਹੋਏ ਹਨ? ਹਾਂ ਬਿਲਕੁਲ, ਦੋਨਾਂ ਸਟੇਟਾਂ 'ਚ ਤਾਲਮੇਲ ਅੱਛੀ ਗੱਲ ਹੈ। ਮਾਹੌਲ ਠੀਕ ਹੋਣਾ ਚਾਹੀਦਾ ਜੀ। ਮਾਹੌਲ ਠੀਕ ਕਰਨ ਲਈ ਅਗਰ ਦੋਨੋਂ ਸਟੇਟਾਂ ਮਿਲ ਕੇ ਕੰਮ ਕਰਦੀਆਂ ਨੇ, ਸੈਂਟਰ ਔਰ ਪੰਜਾਬ ਗਵਰਨਮੈਂਟ, ਤੇ 'ਚ ਬੁਰਾ ਕੀ ਹੈ? ਠੀਕ ਹੈ। ਅਕਾਲ ਤਖਤ ਦੇ ਜਥੇਦਾਰ ਦੀ ਗੱਲ ਹਰ ਬੰਦਾ, ਹਰ ਸਿੱਖ, ਪੂਰੀ ਕੌਮ ਸੁਣਦੀ ਹੈ। ਤੁਸੀਂ ਅੰਮ੍ਰਿਤਪਾਲ ਨੂੰ 2-3 ਵਾਰੀ ਪਿਛਲੇ ਇੱਕ ਹਫ਼ਤੇ 'ਚ ਸਰੈਂਡਰ ਲਈ ਕਿਹਾ ਤੇ ਅੰਮ੍ਰਿਤਪਾਲ ਤੁਹਾਡੀ ਗੱਲ ਕਿਉਂ ਨਹੀਂ ਸੁਣ ਰਹੇ, ਜਦਕਿ ਤੁਹਾਡੀ ਉਹਨਾਂ ਦੇ ਰੂਹ ਪੋਸ਼ ਹੋਣ ਤੋਂ ਪਹਿਲਾਂ 2.5 ਘੰਟੇ ਉਹਨਾਂ ਨਾਲ ਮੁਲਾਕਾਤ ਹੋਈ ਸੀ? ਹੋ ਸਕਦਾ ਮੇਰੀ ਗੱਲ ਉਹਦੇ ਕੋਲ ਪਹੁੰਚ ਹੀ ਨਾ ਰਹੀ ਹੋਏ, ਵਿਚਾਰੇ ਕੋਲ ਕੋਈ ਮੋਬਾਈਲ ਹੀ ਨਾ ਹੋਵੇ। ਨਹੀਂ, ਵੀਡੀਓ ਕਿੱਦਾਂ ਬਣ ਗਈ? ਪਹਿਲਾਂ ਬਣਾਤੀਆਂ ਹੋਣੀਆਂ। ਨਹੀਂ, ਪਰ ਇਦਾਂ ਨਹੀਂ ਹੋ ਸਕਦਾ। ਉਹ ਟੀਵੀ ਤਾਂ ਦੇਖ ਹੀ ਰਹੇ ਹੋਣੇ, ਤੁਹਾਡੀ ਗੱਲ ਕਿਉਂ ਨਹੀਂ ਪਹੁੰਚ ਰਹੀ ਹੋਏਗੀ? ਤੁਹਾਡੀ ਗੱਲ ਤਾਂ ਟੀਵੀ ਤਾਂ ਕਰ ਹੀ ਰਹੇ ਹੈ ਨਾ ਕਿ ਸਰੈਂਡਰ ਦੀ ਅਪੀਲ ਕੀਤੀ, ਸਰੈਂਡਰ ਦੀ ਅਪੀਲ ਕੀਤੀ। ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਪੁਰਾਣੀਆਂ ਵੀਡੀਓ ਹੋ ਸਕਦੀਆਂ? ਪੁਰਾਣੀਆਂ ਨਹੀਂ, ਮਤਲਬ ਮੈਂ ਉਸ ਤੋਂ ਬਾਅਦ ਹੀ ਕਿਹਾ ਨਾ, ਉਹਨਾਂ ਦੀਆਂ ਵੀਡੀਓ ਤੋਂ ਬਾਅਦ। ਤੁਹਾਨੂੰ ਲੱਗਦਾ ਹੈ ਕਿ ਜੋ ਹਾਲਾਤ ਬਣੇ ਹੋਏ ਹੈ, ਅੰਮ੍ਰਿਤਪਾਲ ਟੀਵੀ ਜਾਂ ਅਖਬਾਰ ਦੀ ਨਿਊਜ਼ ਨਾ ਦੇਖਦਾ ਹੋਏ ਜਾਂ ਨਾ ਪੜ੍ਹਦਾ ਹੋਏ? ਕੀ ਪਤਾ ਉਹ ਕਿਸ ਸਿਚੁਏਸ਼ਨ 'ਚ ਹੈ, ਕਿਸ ਸਥਿਤੀ 'ਚ ਹੈ, ਕਿਸ ਹਾਲਾਤ 'ਚ ਹੈ, ਇਹਦੇ ਬਾਰੇ ਮੈਂ ਕੀ ਦੱਸ ਸਕਦਾ ਜੀ। ਅਜਨਾਲਾ ਦੀ ਘਟਨਾ ਤੋਂ ਬਾਅਦ ਤੁਹਾਡੇ ਨਾਲ ਲੰਬੀ ਮੁਲਾਕਾਤ ਹੋਈ ਸੀ ਜੀ ਅੰਮ੍ਰਿਤਪਾਲ ਦੀ। ਉਨੀ ਲੰਬੀ ਮੁਲਾਕਾਤ ਹਲੇ ਤੱਕ ਹੋਰ ਕਿਸੇ ਵੀ ਬੰਦੇ ਨਾਲ ਉਹਨਾਂ ਦੀ ਨਹੀਂ ਹੋਈ ਪਰਿਵਾਰ ਤੋਂ ਇਲਾਵਾ। ਉਹ ਮੁਲਾਕਾਤ 'ਚ ਕੀ ਕੁਝ ਵਿਚਾਰ ਵਟਾਂਦਰਾ ਹੋਇਆ ਸੀ? ਮੇਰੀ ਦਮਦਮਾ ਸਾਹਿਬ ਵੀ ਜਿਹੜੇ ਸਾਡੇ ਮੌਜੂਦਾ ਸੀਐਮ ਸਾਹਿਬ ਨੇ, ਇਹਨਾਂ ਨਾਲ ਵੀ ਮੇਰੀ 2 ਘੰਟੇ ਮੁਲਾਕਾਤ ਹੋਈ ਸੀ। ਉਹਨਾਂ ਨਾਲ ਵੀ 2 ਘੰਟੇ ਮੁਲਾਕਾਤ ਹੋਈ ਸੀ। ਇਦਾਂ ਨਹੀਂ ਕਿ ਉਹ ਪਹਿਲੀ ਮੁਲਾਕਾਤ ਸੀ ਜਿਹੜੀ 2 ਘੰਟੇ ਹੋਈ ਹੈ। ਬਹੁਤ ਸਾਰੇ ਪਰਸਨੈਲਿਟੀਜ਼ ਮੈਨੂੰ ਮਿਲਦੇ ਆ ਔਰ ਕਈ ਵਾਰੀ 3-3 ਘੰਟੇ ਅਸੀਂ 4-4 ਘੰਟੇ ਵੀ ਬੈਠੇ ਰਹਿੰਦੇ ਹਾਂ। ਇਸ ਕਰਕੇ ਉਹ 2 ਘੰਟੇ ਦਾ ਪੀਰੀਅਡ ਜਿਹੜਾ ਹੈਗਾ ਉਹ ਕੋਈ ਬਹੁਤਾ ਲੰਬਾ ਪੀਰੀਅਡ ਨਹੀਂ ਹੈ ਜੀ। ਚਲੋ, ਉਸ ਮੀਟਿੰਗ 'ਚ ਕੀ ਹੋਇਆ ਸੀ ਇਹ ਦੱਸ ਦਿਓ, ਫਿਰ ਸੀਐਮ ਸਾਹਿਬ ਦੀ ਮੀਟਿੰਗ 'ਚ ਕੀ ਹੋਇਆ ਸੀ ਉਹ ਪੁੱਛ ਲਾਂਗੇ। ਨਹੀਂ, ਜੈਨੂਇਨ ਗੱਲਾਂ ਬਾਤਾਂ ਸੀ। ਉਹਨੇ ਆਪਣੀਆਂ ਗੱਲਾਂ ਬਸਤਾਂ ਦੱਸੀਆਂ, ਆਪਣੇ ਬਾਰੇ ਦੱਸਿਆ, ਆਪਣੀਆਂ ਗੱਲਾਂ ਬਾਤਾਂ ਦੱਸੀਆਂ ਤੇ ਉਹਨਾਂ ਦੀ ਗੱਲਾਂ ਬਾਤਾਂ ਤੋਂ ਤਾਂ ਮੈਨੂੰ ਇਹ ਲੱਗਿਆ ਕਿ ਨਾਰਮਲ ਸਿੱਖ ਹੈ, ਪੰਥ ਪ੍ਰਤੀ ਅੱਛੀ ਸੋਚ ਰੱਖਦਾ ਜੀ ਔਰ ਨਸ਼ੇ ਛਡਾਉਣ ਲਈ ਯਤਨ ਕਰ ਰਿਹਾ ਹੈ, ਧਰਮ ਪ੍ਰਚਾਰ ਲਈ ਯਤਨ ਕਰ ਰਿਹਾ ਹੈ। ਮੈਂ ਉਹਨੇ ਐਪਰੀਸ਼ੀਏਟ ਕੀਤਾ ਜੀ। ਤੇ ਤੁਸੀਂ ਇਹ ਨਹੀਂ ਪੁੱਛਿਆ ਕਿ ਜੋ ਅਜਨਾਲਾ 'ਚ ਤੁਸੀਂ ਕੀਤਾ ਉਹ ਠੀਕ ਸੀ ਜਾਂ ਗਲਤ ਸੀ? ਭੀੜ ਇਕੱਠੀ ਕਰਨੀ ਬਹੁਤ ਸੌਖਾ ਹੁੰਦਾ ਕੰਮ, ਲੇਕਿਨ ਭੀੜ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ। ਜਿਵੇਂ ਅੱਜ ਅਸੀਂ ਕਾਲ ਦੇ ਦਈਏ ਕਿ 50,000 ਬੰਦਾ ਇਕੱਠਾ ਹੋ ਜਾਓ, ਸਰਕਾਰ ਦੇ ਖਿਲਾਫ ਅਸੀਂ ਕੋਈ ਜਦੋਜਹਿਦ ਛੇੜਨੀ ਹੈ, 50,000 ਬੰਦਾ ਇਕੱਠਾ ਕਰ ਲਾਂਗੇ, ਲੇਕਿਨ 50,000 ਬੰਦੇ ਨੂੰ ਕੰਟਰੋਲ ਕਰਨਾ ਕਿ ਉਹ ਵਾਇਲੈਂਸ ਕ੍ਰੀਏਟ ਨਾ ਕਰੇ, ਇਹ ਬਹੁਤ ਔਖਾ ਕੰਮ ਹੁੰਦਾ ਜੀ। ਤੇ ਕਿਤੇ ਨਾ ਕਿਤੇ ਇਕੱਠ ਹੋ ਗਿਆ ਅਜਨਾਲੇ, ਲੇਕਿਨ ਆਊਟ ਆਫ ਕੰਟਰੋਲ ਹੋ ਗਿਆ। ਅੰਮ੍ਰਿਤਪਾਲ ਨੇ ਕੀ ਦੱਸਿਆ ਸੀ ਕਿ ਕਿਉਂ ਹੋਇਆ? ਜ਼ਾਹਿਰ ਜੀ ਗੱਲ ਹੈ, ਤੁਸੀਂ ਪੁੱਛਿਆ ਹੋਣਾ। ਬਸ ਇਹੋ ਹੀ ਮੈਂ ਤੁਹਾਨੂੰ ਗੱਲ ਕਹੀ ਹੈ ਜੀ ਕਿ ਲੋਕ ਸੱਦ ਲੈ ਪਰ ਕੰਟਰੋਲ 'ਚ ਨਹੀਂ। ਬੇਬਸੀ ਹੋ ਜਾਂਦੀ ਹੈ ਜੀ, ਹਰ ਜਗ੍ਹਾ ਹੁੰਦਾ ਜੀ, ਦੁਨੀਆ ਭਰ ਦੇ ਵਿੱਚ ਤੁਸੀਂ ਦੇਖ ਲਓ। ਤੁਸੀਂ ਪੁੱਛਿਆ ਉਹਨਾਂ ਨੂੰ ਕਿ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਕਿਉਂ ਲੈ ਕੇ ਗਏ ਤੁਸੀਂ? ਇਹ ਸਾਰੀਆਂ ਗੱਲਾਂ ਪਤਾ ਹੋਈਆਂ। ਉਹਨੇ ਕਿਹਾ ਵੀ ਠੀਕ ਹੈ, ਕੋਈ ਗੱਲ ਨਹੀਂ, ਮਤਲਬ ਸਾਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਹੋਏਗਾ। ਗਲਤੀ ਮੰਨੀ ਮਹਾਰਾਜ ਨੂੰ ਲਿਜਾਣ ਲਈ? ਚਲੋ ਕਹਿ ਦੇਣਾ ਕਿ ਸਾਨੂੰ ਪਤਾ ਨਹੀਂ ਸੀ,
ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋਏਗਾ। ਨਾ ਹੀ ਸਾਡੀ ਭਾਵਨਾ ਸੀ, ਅਸੀਂ ਤਾਂ ਚੰਗੀ ਭਾਵਨਾ ਨੂੰ ਲੈ ਕੇ ਗਏ ਸੀ, ਲੇਕਿਨ ਉਸ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਣਗੇ ਇਹ ਸਾਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ, ਅੰਦਾਜ਼ਾ ਨਹੀਂ ਸੀ। ਜੇ ਪਤਾ ਹੁੰਦਾ ਫਿਰ ਅਸੀਂ ਨਹੀਂ ਲੈ ਕੇ ਜਾਣਾ ਸੀ। ਤੇ ਠੀਕ ਹੈ, ਮਤਲਬ ਤੁਸੀਂ ਕੀ ਸੋਚਦੇ ਹੋ ਕਿ ਇਹ ਗਲਤੀ ਹੋਈ ਹੈ ਨਾ? ਅੱਜ ਅਸੀਂ 550 ਸਾਲ ਬਾਅਦ ਕਮੇਟੀਆਂ ਬਣਾ ਇਸ ਤਰ੍ਹਾਂ ਦੇ ਬਣ ਗਏ, ਜਿਸ ਕਿਸਮ ਦੇ ਹਾਲਾਤ ਬਣੇ ਉਸ ਹਿਸਾਬ ਦੇ ਨਾਲ ਗਲਤ ਹੈ। ਲੇਕਿਨ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ ਕਿ ਹਾਲਾਤ ਇਸ ਤਰ੍ਹਾਂ ਦੇ ਬਣਨਗੇ ਜੀ। ਨਹੀਂ, ਸੰਗਤ ਅੱਜ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਅਗਰ ਕਿਸੇ ਦਾ ਕੋਈ ਆਪਣਾ ਮਸਲਾ ਹੈ ਜਾਂ ਆਪਣੇ ਕਿਸੇ ਸਗੇ ਸੰਬੰਧੀ ਦਾ ਮਸਲਾ ਹੈ, ਉੱਥੇ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ ਲਿਜਾਇਆ? ਨਹੀਂ, ਉਹ ਤਾਂ ਆਪਣੇ ਜਾਣੇ ਤਾਂ ਉਹ ਲੈ ਕੇ ਗਏ ਸੀ ਕਿ ਜੈਸੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾਣਾ ਹੈਗਾ ਤੇ ਉੱਥੇ ਜਾ ਕੇ ਉੱਥੋਂ ਅਸੀਂ ਥੋੜਾ ਜਿਹੜਾ ਆਪਣਾ ਵਿਰੋਧ ਜਤਾ ਕੇ ਤੇ ਫਿਰ ਆਰਾਮ ਦੇ ਨਾਲ ਹੀ ਵਾਪਸ ਆ ਜਾਣਾ। ਲੇਕਿਨ ਜਾਂਦਿਆਂ ਨਾਲ ਇਕੱਠ ਵੱਧਦਾ ਗਿਆ ਤੇ ਉੱਥੇ ਜਾ ਕੇ ਉਹ ਇਕੱਠ ਜਿਹੜਾ ਹੈਗਾ ਆਊਟ ਆਫ ਕੰਟਰੋਲ ਹੋ ਗਿਆ ਤੇ ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਫਿਰ ਬੁਰੀਆਂ ਹੋ ਗਈਆਂ, ਮਾੜੀਆਂ ਹੋ ਗਈਆਂ। ਉਹਨੂੰ ਚੰਗਾ ਨਹੀਂ ਕਿਹਾ ਜਾ ਸਕਦਾ। ਉਸ ਸਿਚੁਏਸ਼ਨ ਦੇ ਵਿੱਚ ਫਿਰ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣਾ ਗਲਤ ਸੀ। ਅਦਰਵਾਈਜ਼ ਜਦੋਂ ਉਹ ਚੱਲੇ ਸੀ ਉਹ ਕਹਿੰਦੇ ਸਾਨੂੰ ਇਸ ਕਿਸਮ ਦੇ ਮਾਹੌਲ ਦਾ ਅੰਦਾਜ਼ਾ ਨਹੀਂ ਸੀ। ਅਸੀਂ ਤਾਂ ਚੱਲੇ ਸੀ ਕਿ ਸਿੰਪਲ ਪਾਤਸ਼ਾਹ ਦੀ ਅਗਵਾਈ 'ਚ ਜਾਣਾ, ਪਾਤਸ਼ਾਹ ਦੀ ਅਗਵਾਈ 'ਚ ਵਾਪਸ ਆ ਜਾਣਾ। ਤੁਸੀਂ ਕਮੇਟੀ ਬਣਾਈ 16 ਮੈਂਬਰੀ, ਜਿਹਨੂੰ ਇਹ ਫੈਕਟ ਫਾਈਂਡਿੰਗ ਦਾ ਕੰਮ ਸੌਂਪਿਆ ਗਿਆ ਕਿ ਕਿਆ ਇਸ ਤਰ੍ਹਾਂ ਗੁਰੂ ਮਹਾਰਾਜ ਨੂੰ ਲਿਜਾਇਆ ਜਾ ਸਕਦਾ ਹੈ ਜਾਂ ਨਹੀਂ ਲਿਜਾਇਆ ਜਾ ਸਕਦਾ। ਉਹ ਕਮੇਟੀ ਦੀ ਰਿਪੋਰਟ ਸੰਗਤ ਵੇਖ ਰਹੀ ਹੈ, ਹਲੇ ਤੱਕ ਨਹੀਂ ਪਤਾ ਹੋਇਆ ਵੀ। ਸਾਨੂੰ ਵੀ ਨਹੀਂ ਪਤਾ, ਅਸੀਂ ਵੀ ਵੇਖ ਰਹੇ ਹਾਂ ਵੀ ਸਾਨੂੰ ਕੋਈ ਰਿਪੋਰਟ ਮਿਲੇਗੀ ਜੀ ਤੇ ਫਿਰ ਅਸੀਂ ਦੇਖਾਂਗੇ ਜੀ। ਪਰ ਕਮੇਟੀ ਕਹਿੰਦੀ ਅਸੀਂ ਰਿਪੋਰਟ ਦੇ ਦਿੱਤੀ। ਉਹ ਸਾਈਨ ਹੀ ਨਹੀਂ ਸੀ। ਉਹ ਸਾਈਨ ਜਿਹੜੇ ਕਮੇਟੀ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਈਨ ਕਰਵਾ ਕੇ ਦਿਓ। ਵਾਇਲਟ ਤਾਂ ਫੇਰ ਹੀ ਮੰਨੀ ਜਾਏਗੀ ਨਾ ਅਗਰ ਸਾਈਨ ਹੋਣਗੇ ਜੀ। ਪਰ ਉਹ ਕਮੇਟੀ ਕਿੱਦਾਂ ਦੀ ਬਣਾਈ ਤੁਸੀਂ ਜਿਨ੍ਹਾਂ ਦੇ ਮੈਂਬਰਸ ਨੂੰ ਇਹ ਨਹੀਂ ਪਤਾ ਵੀ ਸਾਈਨ ਵੀ ਕਰਨੇ ਪੈਂਦੇ ਆ? ਉਹ ਸਮਝਦਾਰ ਸੀ ਬੰਦੇ ਜੀ। ਨਹੀਂ, ਸਮਝਦਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਰਿਪੋਰਟ ਹੈ ਇਹਦੇ ਤੇ ਸਾਈਨ ਕਰਨੇ ਪੈਣੇ ਆ। ਹਾਂ, ਇਸੇ ਕਰਕੇ ਉਹ ਨਹੀਂ ਕਰਵਾ ਸਕੇ ਜੀ। ਤੇ ਉਹ ਸਾਈਨ ਹੋਣ ਨੂੰ ਕਿੰਨਾ ਟਾਈਮ ਲੱਗਣਾ? ਅਸੀਂ ਤਾਂ ਉਹਨਾਂ ਨੂੰ ਕੱਲ ਵੀ ਕਿਹਾ, ਪਰਸੋਂ ਵੀ ਕਿਹਾ ਵੀ ਦਿਓ ਭਾਈ। ਪਰ ਤੁਸੀਂ ਆਪਣੇ ਕੋਲ ਰਿਪੋਰਟ ਰੱਖ ਕੇ ਉੱਥੇ ਬੁਲਾ ਕੇ ਸਾਈਨ ਕਿਉਂ ਨਹੀਂ ਕਰਾਏ? ਇਹ ਸਾਡੀ ਜ਼ਿੰਮੇਵਾਰੀ ਹੈ, ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੈ। ਕੋਆਰਡੀਨੇਟਰ ਕੌਣ ਹੈ? ਪਤਾ ਕਿ ਉਹ ਜੋ ਉਹਦੇ ਵਿੱਚ ਲਿਖਿਆ ਉਹਦੇ ਨਾਲ ਮੈਂਬਰ ਸਹਿਮਤ ਹੈ ਜਾਂ ਨਹੀਂ ਹੈ। ਅਸੀਂ ਆਪਣੇ ਕੋਲ ਸੱਦ ਕੇ ਮੈਂਬਰਾਂ ਨੂੰ ਸਾਈਨ ਕਰਵਾਵਾਂਗੇ, ਉਹ ਤਾਂ ਫਿਰ ਸਾਡਾ ਫੈਸਲਾ ਹੋ ਗਿਆ ਨਾ ਜੀ। ਉਹ ਮੈਂਬਰਾਂ ਦਾ ਨਿਰਪੱਖ ਫੈਸਲਾ ਥੋੜੀ ਹੋ ਗਿਆ ਜੀ। ਤੁਸੀਂ ਜਦੋਂ ਰਿਪੋਰਟ ਖੋਲੀ ਤਾਂ ਉਹਦੇ ਤੇ ਸਾਈਨ ਹੀ ਨਹੀਂ ਸੀ? ਸਾਈਨ ਨਹੀਂ ਸੀ। ਅਸੀਂ ਉਹਨੂੰ ਕਿਹਾ ਵੀ ਸਾਈਨ ਕਰਵਾ ਕੇ ਵਾਪਸ ਕਰੋ। ਉਹ ਅਜੇ ਤੱਕ ਨਹੀਂ ਸਾਨੂੰ ਮਿਲੀ। ਉਮੀਦ ਹੈ ਵੀ ਆਉਣ ਵਾਲੇ ਦਿਨਾਂ 'ਚ ਮਿਲ ਜੂਗੀ। ਇਹ ਕਿਦਾਂ ਦੀ ਕਮੇਟੀ ਹੈ ਜਿਹਨੂੰ ਇਹ ਨਹੀਂ ਪਤਾ ਕਿ ਰਿਪੋਰਟ ਦੇ ਥੱਲੇ ਸਾਈਨ ਵੀ ਹੁੰਦੇ? ਕਮੇਟੀ ਦੀ ਨਹੀਂ, ਇਹ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੁੰਦੀ ਹੈ। ਕੋਆਰਡੀਨੇਟਰ ਸਾਹਿਬ ਦਾ ਕੀ ਰਿਪਲਾਈ ਸੀਗਾ? ਉਹ ਕਹਿੰਦੇ ਕੋਈ ਨਹੀਂ, ਫਿਰ ਮੈਂ ਮਤਲਬ ਨਹੀਂ ਪਤਾ ਲੱਗਦਾ, ਕਈ ਵਾਰੀ ਹੋ ਜਾਂਦੇ ਆ, ਸਾਈਨ ਕਰਵਾ ਕੇ ਦੇ ਦੇ। ਤੇ ਹੁਣ ਉਹ ਸਾਈਨ ਹੋਣ ਨੂੰ ਕਿੰਨਾ ਕੁ ਟਾਈਮ ਲੈਣਗੇ? ਉਹ ਹੋ ਸਕਦਾ ਅੱਜ ਹੀ ਆ ਜਾਏ। ਤੁਸੀਂ ਕਿੰਨੇ ਕੁ ਦਿਨ ਹੋ ਗਏ ਕਿਹਾ ਨੂੰ? ਕੱਲ ਹੀ ਕਿਹਾ ਜੀ, ਪਰਸੋਂ ਸਾਰੀ। ਤੇ ਉਹ ਰਿਪੋਰਟ ਤਾਂ ਕਈ ਦਿਨਾਂ ਤੇ ਦਿੱਤੀ ਹੋਈ ਹੈ ਉਹਨਾਂ ਨੇ। ਕੋਈ ਵਾਰੀ ਰੁਝੇਵੇਂ ਹੁੰਦੇ ਆ, ਨਹੀਂ ਕਰਵਾ ਸਕਿਆ ਉਹਨਾਂ ਵਿਚਾਰਾ ਜੀ। ਤੁਸੀਂ ਆਪ ਪੜ੍ਹੀ ਹੈ ਹਲੇ ਜਾਂ ਨਹੀਂ ਰਿਪੋਰਟ? ਮੈਂ ਪੜ੍ਹੀ ਹੈ ਰਿਪੋਰਟ ਤਾਂ, ਪਰ ਬੈਲਟ ਤਾਂ ਅਸੀਂ ਉਦੋਂ ਹੀ ਮੰਨਾਂਗੇ ਨਾ ਜਦੋਂ ਜਿਹੜੇ ਮੈਂਬਰ ਹਾਜ਼ਰ ਮੀਟਿੰਗ 'ਚ ਹੋਏ ਆ। ਇੱਥੇ ਹੀ ਮੀਟਿੰਗ ਹੋਈ ਹੈ, ਇਸੇ ਹਾਲ 'ਚ ਹੀ ਮੀਟਿੰਗ ਹੋਈ ਹੈ ਤੇ ਜਦੋਂ ਉਹਦੇ ਤੇ ਸਾਈਨ ਹੋਣਗੇ। ਕਿਤੇ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਹੁਣ ਕਈ ਮੈਂਬਰ ਸਹਿਬਾਨ ਇਤਫਾਕ ਹੀ ਨਾ ਰੱਖਣ ਉਹਦੇ ਨਾਲ ਤੇ ਸਾਈਨ ਨਾ ਹੋਣ? ਐਦਾਂ ਤਾਂ ਨਹੀਂ ਹੁੰਦਾ ਜੀ। ਉਹ ਤਾਂ ਚਲੋ ਰਿਪੋਰਟ ਤਾਂ ਸਹਿਮਤੀ ਨਾਲ ਹੀ ਤਿਆਰ ਕੀਤੀ। ਕਦੋਂ ਤੱਕ ਜਨਤਕ ਹੋਣ ਦੀ ਆਸ ਕਰੀਏ? ਜਦੋਂ ਆ ਜਾਏਗੀ ਫਿਰ ਅਸੀਂ ਵਿਚਾਰ ਕਰ ਲਾਂਗੇ। ਹਫਤਾ, ਮਹੀਨਾ, 15 ਦਿਨ? ਮੈਂ ਦੱਸ ਸਕਦਾ ਜਦੋਂ ਆ ਗਈ ਸੀ। ਕੱਲ ਹੀ ਬੀਜੇਪੀ ਨੇ ਇਹ ਕਿਹਾ ਕਿ ਉਹ ਕਮੇਟੀ ਦੀ ਰਿਪੋਰਟ ਕਿੱਥੇ ਹੈ ਜਿਹੜੀ ਕਮੇਟੀ ਜਥੇਦਾਰ ਸਾਹਿਬ ਨੇ ਬਣਾਈ ਸੀ, ਉਹਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਅਸੀਂ ਵੀ ਉਡੀਕ ਕਰ ਰਹੇ ਹਾਂ ਜੀ। ਆ ਜਾਊਗੀ ਜਲਦੀ ਜੀ। ਸਾਈਨ ਹੋਣੇ ਬਾਕੀ ਹੈ। ਹਾਂ, ਲੇਕਿਨ ਇਹ ਤੁਸੀਂ ਇੱਕ ਵੱਡਾ ਖੁਲਾਸਾ ਕਰਤਾ ਕਿ ਉਸ ਰਿਪੋਰਟ ਤੇ ਜਿਹੜਾ ਹੈ ਉਹ ਸਾਈਨ ਨਹੀਂ ਸੀਗੀ। ਇਹਦਾ ਤੀਜੇ ਦਿਨ ਹੀ ਖੁਲਾਸਾ ਕਰਤਾ ਸੀ। ਇਸ ਤਰ੍ਹਾਂ ਤਾਂ ਨਹੀਂ ਹੈ ਕਿ ਉਹਨੂੰ ਡਿਲੇ ਕਰਨ ਦਾ ਟੈਕਟਿਸ ਤਾਂ ਨਹੀਂ? ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਜੀ। ਉਹ ਕਈ ਵਾਰੀ ਮਿਸਅੰਡਰਸਟੈਂਡਿੰਗ ਜਾਂ ਹੋ ਜਾਂਦੀ ਹੈ, ਉਹਦੇ ਕਰਕੇ ਰਹਿ ਗਿਆ। ਅਦਰਵਾਈਜ਼ ਕੋਈ ਇਦਾਂ ਦੀ ਗੱਲ ਨਹੀਂ ਗੀ। ਇਹ ਮਰਿਆਦਾ ਨਾਲ ਜੁੜਿਆ ਹੋਇਆ ਮਸਲਾ ਹੈ। ਜੀ ਬਿਲਕੁਲ। ਔਰ ਇਹ ਹਾਸੋਹੀਣੀ ਗੱਲ ਵੀ ਲੱਗਦੀ ਹੈ। ਕੋਈ ਪਰਸਨਲ ਰੁਝੇਵੇਂ ਵੀ ਹੁੰਦੇ ਆ, ਕੁਝ ਸਿਗਨੇਚਰ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਫੈਲੇ ਮੈਂਬਰਾਂ ਦੇ ਸਿਗਨੇਚਰ ਕਰਾਣੇ, ਕਿਉਂਕਿ ਇੱਕ ਜਗ੍ਹਾ ਮੈਂਬਰ ਮੀਟਿੰਗ 'ਚ ਆਇਆ, ਉਸ ਵਕਤ ਕਰਵਾ ਲੈਣੇ ਚਾਹੀਦੇ ਸੀ। ਚਲੋ ਨਹੀਂ ਕਰਵਾਏ ਗਏ, ਲੇਕਿਨ ਹੁਣ ਥੋੜਾ ਮੁਸ਼ਕਲ ਵੀ ਹੁੰਦੀ ਹੈ। ਜਗ੍ਹਾ ਜਾ ਕੇ ਕਰਵਾ ਲੇਗਾ ਜੀ। ਆ ਜਾਏਗੀ ਇੱਕ ਸਾਡੇ ਕੋਲ। ਬੜੀ ਹਾਸੋਹੀਣੀ ਜੀ ਗੱਲ ਲੱਗਦੀ ਹੈ ਕਿ ਬਈ ਕਮੇਟੀ ਦੀ ਰਿਪੋਰਟ ਤੇ ਸਾਈਨ ਹੀ ਨਹੀਂ ਸੀਗੇ ਤੇ ਰਿਪੋਰਟ ਆ ਗਈ। ਹਾਸੋਹੀਣੀ ਨਹੀਂ ਗੀ, ਉਹ ਕਈ ਵਾਰੀ ਹੋ ਜਾਂਦਾ ਜੀ। ਟੈਕਨੀਕਲ ਗੱਲਾਂ ਦੀ ਕਈ ਵਾਰੀ ਨਹੀਂ ਸਮਝ ਆਉਂਦੀ ਜੀ। ਜਾਂ ਕੋਈ ਇਹ ਵੀ ਕਹਿ ਸਕਦਾ ਹੈ ਬਾਅਦ ਚ ਜੀ ਜਦੋਂ ਰਿਪੋਰਟ ਆਏਗੀ ਤੇ ਹੋ ਸਕਦਾ ਹੈ ਕਿ ਰਿਪੋਰਟ 'ਚ ਕਈ ਐਸੇ ਬਿੰਦੂ ਹੋਣ ਜਿਨ੍ਹਾਂ ਤੇ ਕਿੰਤੂ ਪਰੰਤੂ ਹੋਵੇ ਤੇ ਕਹਿਣਗੇ ਜੀ ਇਹ ਤਾਂ ਉਹੀ ਰਿਪੋਰਟ ਹੈ ਜਿਹਦੇ ਤੇ ਸਾਈਨ ਹੀ ਨਹੀਂ ਸੀਗੇ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਜੀ। ਇਨ ਬਿਨ ਲਾਗੂ ਕੀਤਾ ਜਾਏਗਾ? ਬਿਲਕੁਲ ਜੀ, ਬਿਲਕੁਲ। ਉਹਦੇ ਤੇ ਅਸੀਂ ਪੰਜ ਸਿੰਘ ਸਭਾ ਵਿਚਾਰ ਕਰਾਂਗੇ। ਵਿਚਾਰ ਤੋਂ ਬਾਅਦ ਜਿਹੜਾ ਹੈ ਉਹ ਜਨਤਕ ਵੀ ਕੀਤੀ ਜਾਊ। ਹਾਂ, ਜਨਤਕ ਤਾਂ ਅਸੀਂ ਕਰਦੇ ਹਾਂ, ਕੋਈ ਤਾਂ ਸਾਨੂੰ। ਮੈਂ ਸਵਾਲ ਇਸ ਲਈ ਪੁੱਛ ਰਿਹਾ ਕਿ ਜਿਹੜਾ ਸਰੂਪਾਂ ਵਾਲਾ ਮਸਲਾ ਸੀ ਉਹਨੂੰ ਲੈ ਕੇ ਵੀ ਸਵਾਲ ਉੱਠੇ ਸੀ ਕਿ ਜਿਹੜੇ ਸਰੂਪਾਂ ਦੇ ਮਸਲੇ ਦੀ ਰਿਪੋਰਟ ਆਈ ਸੀ ਉਹਦੇ ਤੇ ਬਹੁਤ ਵੱਡੀ ਕਾਰਵਾਈ ਨਹੀਂ ਹੋਈ। ਉਹ ਤਾਂ ਇਮੀਡੀਏਟਲੀ ਅਸੀਂ ਕਾਰਵਾਈ ਵਾਸਤੇ ਭੇਜਤੀ ਸੀ। ਕਾਰਵਾਈ ਹੋਈ ਵੀ ਸੀ ਉਹਦੇ ਤੇ। 16-17 ਬੰਦੇ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਪਨਿਸ਼ ਕੀਤਾ ਸੀ। ਉਹਦੇ ਤੇ ਇਮੀਡੀਏਟਲੀ ਕਾਰਵਾਈ ਹੋਈ ਸੀ, ਸ਼੍ਰੋਮਣੀ ਕਮੇਟੀ ਨੇ ਕੀਤੀ ਸੀ। ਸ਼੍ਰੋਮਣੀ ਕਮੇਟੀ ਤੋਂ ਅੱਜਕੱਲ ਤੁਸੀਂ ਨਾਰਾਜ਼ ਲੱਗਦੇ ਹੋ। ਤੁਸੀਂ ਕਿਹਾ ਕਿ ਸਾਡੇ ਆਖੇ ਨਹੀਂ ਲੱਗਦੀ। ਨਹੀਂ, ਦੇਖੋ, ਸਿੱਖਾਂ ਦੀ ਸਭ ਤੋਂ ਸੁਪਰੀਮ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾਰਾਜ਼ ਨਹੀਂ ਹੋ ਸਕਦੇ। ਹਾਂ, ਕਈ ਵਾਰੀ ਕੋਈ ਚੀਜ਼ ਹੁੰਦੀ ਹੈ ਜਿਹਦੇ ਨਾਲ ਥੋੜਾ ਜਿਹਾ ਲੱਗਦਾ ਹੈ, ਲੇਕਿਨ ਪੰਥ ਦੀ ਸੰਸਥਾ ਹੈ। ਸੰਸਥਾ ਨਾਲ ਕਾਹਦੀ ਨਾਰਾਜ਼ਗੀ ਹੈ ਜੀ? ਅਸੀਂ ਤਾਂ ਸੰਸਥਾ ਨੂੰ ਮਜ਼ਬੂਤ ਕਰਨ ਵਾਲੇ ਹਾਂ।
ਪਰਸੋਂ ਕਹਿ ਰਹੇ ਸੀਗੇ ਕਿ ਅਸੀਂ ਕਿਹਾ ਸੀ ਪੁਲਿਸ ਵਾਲਿਆਂ ਦੇ ਖਿਲਾਫ ਕੰਪਲੇਂਟ ਦਿਓ, ਕੰਪਲੇਂਟ ਨਹੀਂ ਦਿੱਤੀ। ਕੰਮਾਂ ਦੇ ਉੱਤੇ ਥੋੜਾ ਜਿਹਾ ਇੱਕ ਹੋ ਜਾਂਦੀ ਹੈ ਸਹਿਮਤੀ, ਪਰ ਸੰਸਥਾ ਨਾਲ ਨਾਰਾਜ਼ਗੀ ਨਹੀਂ ਹੈ, ਨਾ ਹੋ ਸਕਦੀ ਹੈ। ਸੰਸਥਾ ਦੇ ਕਿਸੇ ਵਿਅਕਤੀ ਨਾਲ ਨਾ ਵਿਅਕਤੀ ਨਾਲ ਹੈ ਜੀ। ਹਾਲਾਂਕਿ ਐਸਜੀਪੀਸੀ ਨੇ ਕਿਹਾ ਹੈ ਕਿ ਅਸੀਂ ਜਥੇਦਾਰ ਸਾਹਿਬ ਦਾ ਜੋ ਅਪੀਲ ਸੀਗੀ ਉਹਦੇ ਤੇ ਕੰਮ ਕਰ ਰਹੇ ਹਾਂ ਔਰ ਛੇਤੀ ਹੋਊਗੀ। ਮੈਂ ਤਾਂ ਇਹੋ ਕਿਹਾ ਸੀ ਕਰਨਾ ਚਾਹੀਦਾ ਸੀ ਉਹਨਾਂ ਨੂੰ। ਜਿਹੜੇ ਮੀਡੀਆ ਨੇ ਗਲਤ ਖਬਰਾਂ ਮਤਲਬ ਵਿਚਾਰੀਆਂ, ਖਾਸ ਤੌਰ ਤੇ ਨੈਸ਼ਨਲ ਮੀਡੀਆ ਨੇ ਇੱਕ ਨੈਰੇਟਿਵ ਸਿਰਜਿਆ ਸਿੱਖਾਂ ਦੇ ਖਿਲਾਫ, ਤੇ ਉਸ ਚੀਜ਼ ਦੇ ਖਿਲਾਫ ਇਹਨਾਂ ਨੂੰ ਨੋਟਿਸ ਵਗੈਰਾ ਇਸ਼ੂ ਕਰਨੇ ਚਾਹੀਦੇ ਸੀ, ਉਹਦਾ ਜਵਾਬ ਦੇਣਾ ਚਾਹੀਦਾ ਸੀ। ਲੇਕਿਨ ਚਲੋ ਕਿਹਾ ਇਹਨਾਂ ਨੇ ਕਿ ਅਸੀਂ ਸੋਮਵਾਰ ਤੱਕ ਕਰਾਂਗੇ, ਠੀਕ ਹੈ, ਚੰਗੀ ਗੱਲ ਹੈ। ਸਾਡੇ ਇੰਨੇ ट्विटर हैंडल ब्लॉक कर देते, इन्ने पेज बंद करते, इन्ने यूट्यूब चैनल बंद कर देते, उत्थे मेरी एक पोस्ट उड़ा देती है। चलो कोई गल। सवाल एक पोस्ट उड़ाने का नहीं हुंदा है, तुहानू उहदी वजह जाननी चाहिए। हो सकता है ਸਾਡੇ ਵਿਚਾਰਾਂ ਤੋਂ ਗਵਰਨਮੈਂਟ ਨੂੰ ਖਤਰਾ ਪਾਸਿਆ ਹੋਵੇ। ਟਵਿੱਟਰ ਦੇ ਇੱਕ ਮੈਸੇਜ ਨਾਲ ਕੀ ਖਤਰਾ ਹੋ ਸਕਦਾ? ਤਾਂ ਗਵਰਨਮੈਂਟ ਹੀ ਦੱਸ ਸਕਦੀ ਹੈ ਨਾ ਵੀ ਕੀ ਖਤਰਾ ਸੀ, ਤੇ ਉਹਨਾਂ ਨੇ ਡਿਲੀਟ ਮਾਰਤੀ ਜੀ। ਮੈਂ ਕੀ ਦੱਸ ਸਕਦਾ ਜੀ? ਮੈਨੂੰ ਤਾਂ ਲੱਗਦਾ ਨਹੀਂ ਕੋਈ ਖਤਰਾ ਸੀਗਾ ਜੀ, ਲੇਕਿਨ ਉਹਨਾਂ ਨੇ ਡਿਲੀਟ ਮਾਰੀ ਹੈ। ਉਹਨਾਂ ਨੂੰ ਪਤਾ ਹੋ ਸਕਦਾ ਵੀ ਮੇਰੇ ਉਸ ਇੱਕ ਪੋਸਟ ਤੋਂ ਕੀ ਖਤਰਾ ਸੀ ਉਹਨਾਂ ਨੂੰ। ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਦੇ ਰੂਪੋਸ਼ ਹੋਣ ਨਾਲ ਕਈ ਧਿਰਾਂ ਨੂੰ ਇਹ ਬੋਲਣ ਦਾ ਮੌਕਾ ਮਿਲਿਆ ਹੈ ਕਿ ਅਗਰ ਵਾਕਿਆ ਹੀ ਉਹ ਸਿਰ ਲੁਹਾਉਣ ਦੀ ਗੱਲ ਕਰਦਾ ਸੀ ਤੇ ਇਸ ਤਰ੍ਹਾਂ ਛੁਪਿਆ ਕਿਉਂ ਫਿਰਦਾ? ਮੈਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਜੀ। ਉਹਦੇ ਬਾਰੇ ਸਭ ਤੋਂ ਜ਼ਿਆਦਾ ਸੁਣਨਾ ਚਾਹੁੰਦੇ ਅੱਜ ਦੀ ਡੇਟ 'ਚ ਸੰਗਤ ਸੁਣਨਾ ਚਾਹੁੰਦੀ ਹੈ, ਕੌਮ ਸੁਣਨਾ ਚਾਹੁੰਦੀ ਹੈ, ਤੁਸੀਂ ਬੋਲਣਾ ਕਿਉਂ ਨਹੀਂ ਚਾਹੁੰਦੇ? ਮੈਂ ਉਹਨੂੰ 2 ਘੰਟੇ ਮਿਲਿਆ ਜੀ। ਕਦੋਂ? ਉਦੋਂ ਹੀ। ਉਹ ਤਾਂ ਤੁਸੀਂ ਦੱਸ ਹੀ ਨਹੀਂ ਰਹੇ ਵੀ ਕੀ ਗੱਲਾਂ ਹੋਈਆਂ। ਮੇਰੇ ਮੁਤਾਬਕ ਤਾਂ 2 ਘੰਟੇ ਕੁਝ ਨਹੀਂ ਹੁੰਦੇ, ਤੁਹਾਡੇ ਮੁਤਾਬਕ 2 ਘੰਟੇ ਬਹੁਤ ਜ਼ਿਆਦਾ, ਤੇ ਮੈਂ ਉਹਨੂੰ ਮਿਲਿਆ ਜੀ, ਉਹਦੀਆਂ ਗੱਲਾਂ ਜਾਣੀਆਂ ਜੀ। ਤੁਸੀਂ ਕੁਝ ਸਮਝਾਇਆ ਵੀ ਜਾਂ ਨਹੀਂ ਸਮਝਾਇਆ? ਜਿੰਨੀ ਕਿ ਮੈਨੂੰ ਸਮਝ ਸੀ ਮੈਂ ਉਹਨੂੰ ਕਹਿਣ ਦਾ ਯਤਨ ਕੀਤਾ। ਕਿਉਂਕਿ ਤੁਹਾਨੂੰ ਮਿਲਣ ਤੋਂ ਬਾਅਦ ਨਾ ਤੇ ਅੰਮ੍ਰਿਤਪਾਲ ਨੇ ਬਾਹਰ ਕੋਈ ਗੱਲ ਦੱਸੀ ਆ ਕੇ, ਨਾ ਤੁਸੀਂ ਦੱਸ ਕੇ ਤਿਆਰ ਹੋ। ਇਹ ਤਾਂ ਉਹਨੇ ਨਹੀਂ ਦੱਸੀ, ਇਹ ਤਾਂ ਮੈਨੂੰ ਪਤਾ, ਪਰ ਕੋਈ ਇਦਾਂ ਦੀ ਕਮਿਟਮੈਂਟ ਤਾਂ ਨਹੀਂ ਸੀ ਵੀ ਆਪਾਂ ਗੱਲ ਬਾਹਰ ਨਹੀਂ ਕਰਨੀ? ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਪਰ ਮੈਂ ਉਹਨੂੰ ਇਹ ਜ਼ਰੂਰ ਕਿਹਾ ਸੀ ਕਿ ਆਪਾਂ ਨੂੰ ਥੋੜਾ ਸ਼ਾਂਤੀ ਨਾਲ ਵਿਚਰਨਾ ਚਾਹੀਦਾ ਹੈ ਔਰ ਸਾਰਾ ਧਿਆਨ ਜਿਹੜਾ ਫੋਕਸ ਕਰਨਾ ਚਾਹੀਦਾ ਹੈ ਨਸ਼ੇ ਛੁਡਾਉਣ ਵੱਲ ਔਰ ਧਰਮ ਪ੍ਰਚਾਰ ਵੱਲ, ਔਰ ਉਹਨੇ ਇਸ ਗੱਲ ਨੂੰ ਸਵੀਕਾਰ ਕੀਤਾ ਜੀ। ਤੁਹਾਨੂੰ ਇਹ ਲੱਗਦਾ ਨਹੀਂ ਕਿ ਅੰਮ੍ਰਿਤਪਾਲ ਨੇ ਪੰਜਾਬ ਨੂੰ ਇੱਕ ਨਵੇਂ ਧਰਮ ਸੰਕਟ 'ਚ ਫਸਾਤਾ? ਧਰਮ ਸੰਕਟ ਵਾਲੀ ਇਦਾਂ ਦੀ ਤਾਂ ਕੋਈ ਸਥਿਤੀ ਨਹੀਂ ਵੀ ਸਾਡਾ ਸਾਰਾ ਧਰਮ ਸੰਕਟ 'ਚ ਆ ਗਿਆ, ਨਾ ਹੀ ਸਾਡਾ ਧਰਮ ਇੰਨਾ ਕਮਜ਼ੋਰ ਹੈ। ਧਰਮ ਸੰਕਟ ਇੱਕ ਵਰਡ ਹੁੰਦਾ ਕਿ ਅਜੀਬੋ ਗਰੀਬ ਸਥਿਤੀ 'ਚ ਫਸਾ ਦੇਣਾ। ਇਦਾਂ ਦੀ ਕੋਈ ਗੱਲ ਨਹੀਂ ਜੀ। ਇਹ ਮੇਰੇ ਖਿਆਲ ਉਹਨੇ ਨਹੀਂ, ਕਿਤੇ ਨਾ ਕਿਤੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਜੀ। ਇਸ ਚੀਜ਼ 'ਚੋਂ ਆਪਾਂ ਬਾਹਰ ਕਿਵੇਂ ਆਵਾਂਗੇ? ਬਸ ਸੰਵਾਦ ਨਾਲ ਜੀ, ਗੱਲਬਾਤ ਨਾਲ। ਤੁਸੀਂ ਕਰੋ ਫਿਰ ਅੰਮ੍ਰਿਤਪਾਲ ਨਾਲ ਸੰਵਾਦ ਕੀ ਜੋ ਵੀ ਹੈ। ਜੇ ਆਪਾਂ ਕੁਝ ਕੀਤਾ ਹੀ ਨਹੀਂ ਤੇ ਆ ਕੇ ਸਰੈਂਡਰ ਕਰੀਏ। ਜੇ ਮੈਨੂੰ ਪਤਾ ਹੋਵੇ ਕਿ ਉਹ ਕਿੱਥੇ ਹੈਗਾ ਤੇ ਫਿਰ ਤਾਂ ਮੈਂ ਕਰ ਲਾਂ, ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਹੈ ਜੀ। ਸ਼ੁਰੂਆਤੀ ਦਿਨਾਂ 'ਚ ਬੜਾ ਇਹ ਚਰਚਾ ਦਾ ਵਿਸ਼ਾ ਸੀ ਕਿ ਅੰਮ੍ਰਿਤਪਾਲ ਕਿਤੇ ਏਜੰਸੀਆਂ ਦਾ ਆਦਮੀ ਨਹੀਂ। ਤੁਸੀਂ ਵੀ ਇਸ ਗੱਲ ਨਾਲ ਇਤਫਾਕ ਰੱਖਦੇ ਸੀ ਜਾਂ ਲੱਗਦਾ ਸੀ ਤੁਹਾਨੂੰ ਜਾਂ ਨਹੀਂ? ਬਹੁਤ ਸਾਰੇ ਲੋਕ ਕਹਿੰਦੇ ਸੀ ਜੀ। ਤੁਹਾਨੂੰ ਕੀ ਲੱਗਿਆ 2.5 ਘੰਟੇ ਮਿਲ ਕੇ? ਮੈਨੂੰ ਤਾਂ ਨਹੀਂ ਲੱਗਿਆ ਜੀ ਇਦਾਂ ਦੀ ਗੱਲਬਾਤ। ਕਈ ਵਾਰੀ ਹੁੰਦਾ ਕੋਈ ਇੰਡੀਵਿਜੂਅਲ ਕਿਸੇ ਨਾਲ ਸਹਿਚਾਰ ਹੋਵੇ, ਕਿਸੇ ਪੋਲੀਟੀਕਲ ਬੰਦੇ ਨਾ ਹੋਵੇ, ਕਿਸੇ ਬਿਊਰੋਕਰੇਟਸ ਨਾ ਹੋਵੇ, ਉਹ ਗੱਲ ਵੱਖਰੀ ਹੁੰਦੀ ਹੈ। ਉਹਨੂੰ ਆਪਾਂ ਕਿਸੇ ਸਰਕਾਰ ਦਾ ਜਾਂ ਕਿਸੇ ਇੰਟੈਲੀਜੈਂਸੀ ਦਾ ਨਾਲ ਨਹੀਂ ਜੋੜ ਸਕਦੇ ਜੀ। ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਨੂੰ ਕਿਸੇ ਦੀ ਸ਼ੈ ਹੈ ਪਿੱਛੋਂ? ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਨਹੀਂ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਥੇਦਾਰ ਸਾਹਿਬ ਹੈ ਨਹੀਂ ਹੈ, ਕਿੱਥੇ ਹੈ ਨਹੀਂ, ਮਤਲਬ ਬੜੀ ਕਨਫਿਊਜ਼ਨ ਦੀ ਸਥਿਤੀ ਬਣ ਗਈ। ਇਹਨੂੰ ਲੈ ਕੇ ਬਹੁਤ ਸਾਰੇ ਵਿਦੇਸ਼ੀ ਦੂਤਾਵਾਸਾਂ ਤੇ ਵੀ ਸਿੱਖ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤੇ ਔਰ ਕਈ ਜਗ੍ਹਾ ਤੇ ਹਿੰਸਕ ਪ੍ਰਦਰਸ਼ਨ ਵੀ ਹੋ ਗਿਆ, ਕੇਸਿਸ ਵੀ ਦਰਜ ਹੋਏ। ਭਾਰਤ ਸਰਕਾਰ ਨੇ ਕਿਹਾ ਕਿ ਇਹ ਦੂਤਾਵਾਸ ਤੇ ਹਮਲਾ ਨਹੀਂ, ਮੁਲਕ ਤੇ ਹਮਲਾ ਹੈ। ਨਹੀਂ, ਉਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਵੀ ਐਵੇਂ ਆਪਾਂ ਦੂਤਾਵਾਸ ਤੇ ਹਮਲਾ ਕਰੀਏ ਜਾਂ ਝੰਡਿਆਂ ਦੀ ਜਿਹੜੀ ਹੈ ਤੋੜ ਭੰਨ ਕਰੀਏ, ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ। ਨਹੀਂ ਹੋਣਾ ਚਾਹੀਦਾ ਸੀ। ਸਾਨੂੰ ਜੇ ਪ੍ਰਦਰਸ਼ਨ ਕਰਨਾ ਸੀ, ਸਾਨੂੰ ਸ਼ਾਂਤ ਰਹਿ ਕੇ ਕਰਨੀ ਚਾਹੀਦੀ ਸੀ। ਔਰ ਇਹਦੇ ਨਾਲ ਕਿਉਂਕਿ ਸਿੱਖਾਂ ਨੇ ਪੂਰੀ ਦੁਨੀਆ 'ਚ ਮੱਲਾਂ ਮਾਰੀਆਂ, ਉਹ ਕੌਮ ਦੇ ਇੱਕ ਗਲਤ ਮੈਸੇਜ ਵੀ ਜਾਂਦਾ ਕੌਮ ਨੂੰ ਲੈ ਕੇ। ਮੈਂ ਸਮਝਦਾ ਇਹਦੇ ਨਾਲ ਸਾਡੀ ਛਵੀ ਤੇ ਅਸਰ ਪੈਂਦਾ ਜੀ। ਤੁਸੀਂ ਚਾਹੁੰਦੇ ਹੋ ਕਿ ਅੱਗੇ ਜਿਹੜੇ ਵਿਦੇਸ਼ਾਂ 'ਚ ਵਸਦੇ ਸਿੱਖ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਅਪੀਲ ਕਰਨੀ ਚਾਹੀਦੀ? ਬਿਲਕੁਲ ਇਹੀ ਕਹਿਣਾ ਚਾਹਾਂਗਾ ਕਿ ਰੋਸ ਪ੍ਰਦਰਸ਼ਨ ਕਰਨੇ ਚਾਹੀਦੇ ਹੈ, ਹੱਕ ਵੀ ਹੈ, ਕਰੋ, ਪਰ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਕਿਸੇ ਨੂੰ ਸਾਡੀ ਛਵੀ ਵਿਗਾੜਨ ਦਾ ਮੌਕਾ ਮਿਲੇ। ਹਿੰਸਕ ਹੋਣੇ, ਪ੍ਰਦਰਸ਼ਨ ਜਾਂ ਤੋੜ ਭੰਨ ਹੋਣੀ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇਹਦਾ ਧਿਆਨ ਰੱਖਣਾ ਚਾਹੀਦਾ ਜੀ। ਵਿਸਾਖੀ ਦੇ ਮੌਕੇ ਤੇ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਕੋਈ ਗੱਲ ਨਾ ਹੋਵੇ ਜਿਹਨੂੰ ਲੈ ਕੇ ਸਾਨੂੰ ਬਾਅਦ ਚ ਮਲਾਲ ਹੋਏ ਬੰਦਾ। ਤੇ ਤੁਸੀਂ ਅੰਮ੍ਰਿਤਪਾਲ ਨੂੰ ਵੀ ਕੋਈ ਅਪੀਲ ਕਰਨਾ ਚਾਹੋਗੇ? ਮੈਂ ਤਾਂ ਇਹੋ ਕਹਾਂਗਾ ਕਿ ਮਤਲਬ ਜਿਹੜੇ ਐਲੀਗੇਸ਼ਨਸ ਨੇ ਗਵਰਨਮੈਂਟ ਨੇ ਲਾਏ ਨੇ ਜਾਂ ਜਿਹੜੀਆਂ ਧਾਰਾਵਾਂ ਲਾਈਆਂ ਨੇ, ਕੋਰਟ ਦੇ ਵਿੱਚ ਉਹਨਾਂ ਨੂੰ ਫੇਸ ਕਰਨਾ ਚਾਹੀਦਾ ਹੈ। ਤੇ ਜੇ ਕੋਰਟ 'ਚ ਫੇਸ ਕਰਨੇ ਆ ਤੇ ਉਹਦੇ ਲਈ ਸਾਨੂੰ ਜਿਹੜਾ ਹੈ ਉਹ ਸਾਹਮਣੇ ਆਉਣਾ ਚਾਹੀਦਾ, ਸਰਕਾਰ ਦੇ, ਪ੍ਰਸ਼ਾਸਨ ਦੇ, ਸਰੈਂਡਰ ਕਰਨਾ ਚਾਹੀਦਾ ਹੈ। ਤੁਹਾਨੂੰ ਕੋਈ ਇਸ ਤਰ੍ਹਾਂ ਦੀ ਖਬਰ ਹੈ ਜਿਸ ਤਰ੍ਹਾਂ ਦਾ ਕਿ ਇੱਕ ਮਾਹੌਲ ਬਣਿਆ ਹੋਇਆ ਹੈ ਜਾਂ ਜਿਸ ਤਰ੍ਹਾਂ ਦਾ ਇੱਕ ਸਰਕਾਰੀ ਤੰਤਰ ਕਹਿ ਰਿਹਾ ਹੈ ਕਿ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਲ ਨੂੰ ਪਬਲਿਕ ਮੰਚ ਤੇ ਲਿਆਉਣ ਦੀ ਤਿਆਰੀ ਹੈ? ਔਰ ਅੰਮ੍ਰਿਤਪਾਲ ਨੇ ਇਹ ਗੱਲ ਕਹੀ ਵੀ ਹੈ ਆਪਣੀ ਵੀਡੀਓ 'ਚ ਕਿ ਅਸੀਂ ਸੰਗਤ ਦੇ ਸਾਹਮਣੇ ਆਵਾਂਗੇ। ਦੇਖੋ, ਤਖਤ ਸਾਹਿਬ ਦੇ ਉੱਤੇ ਸਟੇਜ ਜਿਹੜੀ ਹੈ ਉਹ ਤਖਤ ਸਾਹਿਬ ਦੇ ਅੰਦਰ ਲੱਗਦੀ ਹੈ, ਉੱਥੇ ਕਥਾ ਹੁੰਦਾ ਹੈ, ਕੀਰਤਨ ਹੁੰਦਾ ਹੈ, ਉੱਥੇ ਤਾਂ ਕੋਈ ਸੰਭਾਵਨਾ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ। ਤੇ
ਤੇ ਪਬਲਿਕ ਮੰਚ ਉੱਥੇ ਕਿਹੜਾ ਆ ਗਿਆ ਜੀ? ਮੈਨੂੰ ਤਾਂ ਲੱਗਦਾ ਨਹੀਂ ਕੋਈ ਪਬਲਿਕ ਮੰਚ ਜਿਹੜਾ ਉੱਥੇ ਇਸ ਤਰ੍ਹਾਂ ਦਾ ਕੋਈ ਹੋਏਗਾ। ਕਿਸੇ ਪੋਲੀਟੀਕਲ ਪਾਰਟੀ ਦਾ ਮੰਚ ਲੱਗਾ ਹੋਏ, ਕਿਸੇ ਪੋਲੀਟੀਕਲ ਲੀਡਰ ਦਾ ਮੰਚ ਲੱਗਾ, ਪੋਲੀਟੀਕਲ ਪਾਰਟੀਆਂ ਨੂੰ ਦੇਖਣਾ ਚਾਹੀਦਾ ਜੀ, ਉਹ ਦੇਖਣ ਜੀ ਉਹ ਕੀ ਕਰਦੇ ਕੀ ਨਹੀਂ। ਪਰ ਤਖਤ ਸਾਹਿਬ ਦੀ ਜਿਹੜੀ ਸਟੇਜ ਆ ਉੱਥੇ ਸਾਡਾ ਕਥਾ ਕੀਰਤਨ ਧਾਰਮਿਕ ਸਮਾਗਮ ਹੁੰਦਾ ਔਰ ਹੋਏਗਾ ਜੀ। ਤੁਹਾਨੂੰ ਕੋਈ ਇਸ ਤਰ੍ਹਾਂ ਦੀ ਖਬਰ ਹੋਏ ਕਿ ਹਾਂ ਉੱਥੇ ਵਿਸਾਖੀ ਵਾਲੇ ਦਿਨ ਜਾਂ 10 ਹੀ ਦਿਨ ਦੇ ਸੰਗਤ ਚੋਂ ਹੀ ਕੋਈ ਦੱਸ ਦਿੰਦਾ ਹੈ? ਨਹੀਂ, ਸਾਡੇ ਕੋਲ ਕੋਈ ਖਬਰ ਨਹੀਂ ਜੀ। ਕੋਈ ਖਬਰ? ਅਸੀਂ ਤਾਂ ਇਹ ਕਹਿਣਾ ਚਾਹਾਂਗਾ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਬੜਾ ਪਵਿੱਤਰ ਪਰਵ ਹੈ ਔਰ ਉਹਦੇ ਮੌਕੇ ਸੰਗਤਾਂ ਨੂੰ ਵੱਧ ਤੋਂ ਵੱਧ ਹੋਮ ਹਮਾ ਕੇ ਪਹੁੰਚਣਾ ਚਾਹੀਦਾ ਹੈ। ਤਖਤ ਸਾਹਿਬ ਤੇ ਨਤਮਸਤਕ ਹੋਣਾ ਚਾਹੀਦਾ ਹੈ। ਅੰਮ੍ਰਿਤ ਸੰਚਾਰ ਹੁੰਦਾ ਹੈ। ਇਸ ਵਾਰ ਤਾਂ ਸਗੋਂ ਅਸੀਂ ਜਿਹੜੇ ਧਾਰਮਿਕ ਸਮਾਗਮ ਜਿਹੜੇ ਹੈ ਉਹ 10 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ ਜੀ। ਸਪੈਸ਼ਲ ਵਿਸ਼ੇਸ਼ ਸਮਾਗਮ ਜਿਹੜੇ ਆ ਉਹ 10 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ। 10, 11, 12 ਔਰ 13 ਨੂੰ ਅਸੀਂ ਇੱਕ ਵੱਡਾ ਕਵੀ ਦਰਬਾਰ ਰੱਖਿਆ ਹੋਇਆ ਹੈ, ਜਿਹਦੇ 'ਚ ਫੇਮਸ ਪੰਥ ਦੇ ਕਵੀ ਜਿਹੜੇ ਆ ਉਹ ਕਵਿਤਾਵਾਂ ਸੁਣਾਉਣਗੇ। ਆਓ ਕਥਾ ਸੁਣੋ, ਕੀਰਤਨ ਸੁਣੋ ਔਰ 3-4 ਦਿਨ ਹੀ ਲਗਾਤਾਰ ਉੱਥੇ ਅੰਮ੍ਰਿਤ ਸੰਚਾਰ ਹੋਣਾ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅਸੀਂ ਤਾਂ ਇਸ ਲਈ ਮਤਲਬ ਹਰ ਸਾਲ ਹੀ ਅਪੀਲ ਕਰਦੇ ਹਾਂ ਕਿ ਵਿਸਾਖੀ ਮੌਕੇ ਸੰਗਤਾਂ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ ਔਰ ਇਸ ਵਾਰ ਵੀ ਕਰ ਰਹੇ ਹਾਂ। ਕਿਆ ਕੇਂਦਰ ਸਰਕਾਰ ਜਾਂ ਜੋ ਪੰਜਾਬ ਦੇ ਹਿੱਤਾਂ ਦੀ ਤੁਸੀਂ ਗੱਲ ਕਰਦੇ ਹੋ, ਇਹਨਾਂ ਹਿੱਤਾਂ ਨੂੰ ਲੈ ਕੇ ਕੋਈ ਇੱਕ ਕੋਆਰਡੀਨੇਸ਼ਨ ਕਮੇਟੀ ਜਾਂ ਕੋਈ ਇੱਕ ਬੁੱਧੀਜੀਵੀਆਂ ਦੀ ਕਮੇਟੀ ਇਹ ਸਭ ਬਣਵਾਉਣ ਲਈ ਜਥੇਦਾਰ ਸਾਹਿਬ ਨੂੰ ਪਹਿਲ ਨਹੀਂ ਕਰਨੀ ਚਾਹੀਦੀ ਹੈ? ਮੈਂ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹੈ ਇਹ ਦੁਬਾਰਾ ਫੇਰ ਬਣਨ। ਜਿਹੜੀ ਪਾਰਟੀ ਪੰਜਾਬ 'ਚ ਰੂਲ ਕਰ ਰਹੀ ਹੈ ਨਾ ਜਾਂ ਜਿਨ੍ਹਾਂ ਨੇ ਰੂਲ ਕੀਤਾ ਹੈ ਉਹਨਾਂ ਦੀ ਜ਼ਿੰਮੇਵਾਰੀ ਵੱਧ ਹੁੰਦੀ ਹੈ ਜੀ ਇਹ ਕੰਮ ਕਰਨ ਦੀ ਜੀ। ਜ਼ਿੰਮੇਵਾਰੀ ਆਪਣੀ ਵੀ ਬਣਦੀ ਹੈ ਕਿਉਂਕਿ ਉਹ ਰੂਲ ਕਰ ਰਹੇ ਆ ਪੰਜਾਬ 'ਚ, ਉਹਨਾਂ ਨੇ ਪੰਜਾਬ ਦੇ ਹਿੱਤ ਦੇਖਣੇ ਆ। ਜਾਂ ਜਿਨ੍ਹਾਂ ਨੇ ਰੂਲ ਕੀਤਾ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ। ਧਾਰਮਿਕ ਤੌਰ ਤੇ ਜਾਂ ਪੰਜਾਬੀ ਸੂਬੇ ਦੇ ਧਾਰਮਿਕ ਆਧਾਰ ਤੌਰ ਦੇ ਤੇ ਉੱਤੇ ਤਾਂ ਦੇਖੋ ਅਸੀਂ ਸੰਗਤ 'ਚ ਗੱਲ ਕਰ ਸਕਦੇ ਹਾਂ। ਅਕਾਲ ਤਖਤ ਸਾਹਿਬ ਜਿਹੜਾ ਹੈਗਾ ਇਹ ਇਕੱਲੇ ਪੰਜਾਬ ਦੇ ਸਿੱਖਾਂ ਦਾ ਨਹੀਂ ਹੈ, ਇਹ ਹਰਿਆਣੇ ਦੇ ਸਿੱਖਾਂ ਦਾ ਵੀ ਹੈ, ਸਾਰੇ ਸਿੱਖਾਂ ਦਾ ਹੈ ਜੀ, ਉਹ ਕਿੱਥੇ ਦੇ ਵੀ ਹੋਣ, ਦੁਨੀਆ ਭਰ ਦੇ ਸਿੱਖਾਂ ਦਾ ਹੈ। ਇਸ ਕਰਕੇ ਅਸੀਂ ਤਾਂ ਸਿਰਫ ਸਿੱਖਾਂ ਨਾਲ ਸੰਬੰਧਿਤ ਜਿਹੜੇ ਮਸਲੇ ਹੈ ਅਸੀਂ ਤਾਂ ਉਹਨਾਂ ਦੀ ਗੱਲ ਕਰ ਸਕਦੇ ਹਾਂ। ਜਿਹੜੇ ਸਟੇਟ ਨਾਲ ਸੰਬੰਧਿਤ ਮਸਲੇ ਹੈ ਉਹ ਤਾਂ ਪੋਲੀਟੀਕਲ ਪਾਰਟੀਆਂ ਨੂੰ ਜਾਂ ਰੂਲ ਕਰਨ ਵਾਲੀਆਂ ਨੂੰ ਜਾਂ ਰੂਲ ਕਰ ਚੁੱਕੀਆਂ ਪਾਰਟੀਆਂ ਨੂੰ ਕਰਨੇ ਚਾਹੀਦੇ ਸੀ, ਜੋ ਕਰਨੇ ਚਾਹੀਦੇ। ਜਦੋਂ ਵੀ ਕੋਈ ਮਸਲਾ ਖੜਾ ਹੁੰਦਾ ਹੈ ਪੁਲਿਸ ਅਫਸਰ ਤੇ ਪੋਲੀਟੀਸ਼ੀਅਨ ਭੱਜੇ ਤੁਹਾਡੇ ਕੋਲ ਆਉਂਦੇ ਆ, ਉਦੋਂ ਤੁਸੀਂ ਇਹ ਸ਼ਰਤਾਂ ਰੱਖ ਸਕਦੇ ਹੋ ਨਾ ਉਹਨਾਂ ਦੇ ਅੱਗੇ? ਨਹੀਂ, ਮੇਰੇ ਕੋਲ ਤਾਂ ਇਦਾਂ ਦੀ ਕੋਈ ਗੱਲ ਨਹੀਂ। ਸਾਡੇ ਕੋਲ ਤਾਂ ਕੋਈ ਤੁਸੀਂ ਅੱਜ ਇੱਕ ਇਕੱਤਰਤਾ ਸੱਦਦੇ ਹੋ, ਭੱਜੇ ਆਉਂਦੇ ਆ ਅਫਸਰ? ਨਹੀਂ, ਸਰਕਾਰ ਦੇ ਭੇਜੇ ਆਉਂਦੇ? ਨਹੀਂ, ਸਰਕਾਰ ਨਹੀਂ ਭੇਜਦੀ, ਨਾ ਹੀ ਕੋਈ ਇਦਾਂ ਦਾ ਆਉਂਦੇ ਆ। ਤਾਂ ਚਲੋ ਅਸੀਂ ਦਮਦਮਾ ਸਾਹਿਬ ਬੈਠੇ ਆ, ਮੈਂ ਅੰਮ੍ਰਿਤਸਰ ਸਾਹਿਬ ਬੈਠੇ ਆ, ਕੋਈ ਮੀਟਿੰਗ ਹੁੰਦੀ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਉਹਦੇ ਸਬੰਧ 'ਚ ਮਿਲਦੇ ਨੇ। ਇਦਾਂ ਦੀ ਕੋਈ ਗੱਲਬਾਤ ਨਹੀਂ, ਕੋਈ ਸਰਕਾਰ ਨੇ ਭੇਜਿਆ ਜਾਂ ਮਤਲਬ ਪਤਾ ਨਹੀਂ ਅਸੀਂ ਕੀ ਏਜੰਡਾ ਤੈਅ, ਇਦਾਂ ਦੀ ਕੋਈ ਗੱਲਬਾਤ ਨਹੀਂ। ਉਹ ਸਿੰਪਲ ਨਾਰਮਲ ਹੁੰਦੇ ਆ। ਦਮਦਮਾ ਸਾਹਿਬ ਵਿਸਾਖੀ ਦਾ ਜਿਹੜਾ ਪਰਵ ਹੈਗਾ, ਸੰਗਤ ਬੇਸ਼ੁਮਾਰ ਹੁਣ ਤੋਂ ਹੀ ਆਉਣੀ ਸ਼ੁਰੂ ਹੋ ਗਈ ਹੈ, ਬੜੇ ਵੱਡੇ ਪ੍ਰਬੰਧ ਹੈ। ਤੇ ਬਠਿੰਡੇ ਦੇ ਐਸਐਸਪੀ ਸਾਹਿਬ ਜਿਹੜੇ ਉਹ ਤਲਵੰਡੀ ਸਾਬੋ ਜਿਹੜੇ ਉਹ ਪ੍ਰਬੰਧ ਦੇਖ ਰਹੇ ਆ, ਖੁਦ ਦੇਖ ਰਹੇ ਆ, ਮੇਰੇ ਕੋਲ ਵੀ ਆ ਜਾਂਦੇ ਆ, ਬਹਿ ਜਾਂਦੇ ਆ। ਤੇ ਇਹ ਤਾਂ ਮਤਲਬ ਥੋੜੀ ਸਰਕਾਰ ਭੇਜਦੀ ਹੈ ਉਹਨਾਂ ਨੂੰ, ਨਹੀਂ ਇਦਾਂ ਦੀ ਕੋਈ ਗੱਲ ਨਹੀਂ। ਕੋਈ ਸਾਨੂੰ ਪਤਾ ਲੱਗਦਾ ਉਹਨਾਂ ਤੋਂ ਕਿ ਸ਼ਹਿਰ 'ਚ ਕੀ ਹੋ ਰਿਹਾ, ਕੁਝ ਸਾਨੂੰ ਉਹਨਾਂ ਤੱਕ ਜ਼ਰੂਰਤ ਹੁੰਦੀ ਹੈ, ਅਸੀਂ ਦੱਸਦੇ ਹਾਂ ਕਿ ਸਾਨੂੰ ਆਹ ਚੀਜ਼ ਦੀ ਸਰਕਾਰ ਤੋਂ ਜ਼ਰੂਰਤ ਹੈ ਕਿਉਂਕਿ ਐਡਾ ਵੱਡਾ ਇਕੱਠ ਹੋਣਾ। ਆਪਸੀ ਤਾਲਮੇਲ ਨਾਲ ਹੀ ਐਡੇ ਵੱਡੇ ਇਕੱਠਾਂ ਦਾ ਇੰਤਜ਼ਾਮ ਹੁੰਦਾ। ਜਥੇਦਾਰ ਸਾਹਿਬ, ਪਰਸੋਂ ਤੁਸੀਂ ਬੜੇ ਗੁੱਸੇ 'ਚ ਲੱਗ ਰਹੇ ਸੀ ਮੈਨੂੰ, ਪਰ ਅੱਜ ਮੈਨੂੰ ਇਹ ਲੱਗ ਰਿਹਾ ਵੀ ਉਹ ਗੁੱਸਾ ਕੱਢ ਕੇ ਤੁਸੀਂ ਅੱਜ ਬਿਲਕੁਲ ਸ਼ਾਂਤ ਹੋ ਗਏ ਹੋ। ਨਹੀਂ, ਮੈਂ ਪਰਸੋਂ ਵੀ ਗੁੱਸੇ 'ਚ ਨਹੀਂ ਸੀ, ਅੱਜ ਵੀ ਮੈਂ ਗੁੱਸੇ 'ਚ ਨਹੀਂ ਹਾਂ। ਪਰਸੋਂ ਵੀ ਜੋ ਮੈਂ ਕਿਹਾ ਸੱਚ ਹੀ ਕਿਹਾ ਸੀ, ਹੁਣ ਵੀ ਮੈਂ ਜੋ ਕਿਹਾ ਉਹ ਠੀਕ ਹੀ ਹੈ। ਪਰ ਇੱਕ ਸਵਾਲ ਜੋ ਸੰਗਤ ਵੀ ਸੋਚ ਰਹੀ ਹੈ, ਮੈਂ ਵੀ ਸੋਚ ਰਿਹਾ, ਤੁਸੀਂ ਵੀ ਸੋਚ ਰਹੇ ਹੋਗੇ ਕਿ ਅੰਮ੍ਰਿਤਪਾਲ ਗਾਇਬ ਕਿੱਥੇ ਹੋ ਗਿਆ ਯਾਰ, ਕਿ ਸਾਰੀ ਪੁਲਿਸ ਤੇ ਏਜੰਸੀਆਂ ਲੱਭ ਹੀ ਨਹੀਂ ਪਾ ਰਹੀਆਂ। ਇਹਦਾ ਹੁਣ ਸੋਚਦੇ ਹੋ ਤੁਸੀਂ, ਨਹੀਂ ਸੋਚਦੇ ਹੋ? ਸੋਚਣ ਵਾਲੀ ਕਿਹੜੀ ਗੱਲ ਹੈ ਜੀ, ਐਡਾ ਵੱਡਾ ਹਿੰਦੁਸਤਾਨ ਹੈ। ਚਲੋ ਜਥੇਦਾਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਨਹੀਂ ਸੋਚਦੇ, ਲੇਕਿਨ ਮੈਂ ਜ਼ਰੂਰ ਸੋਚਦਾ ਹਾਂ ਕਿ ਆਖਿਰਕਾਰ ਅੰਮ੍ਰਿਤਪਾਲ ਗਾਇਬ ਕਿੱਥੇ ਹੋ ਗਿਆ ਔਰ ਕਿਉਂ ਪੁਲਿਸ ਔਰ ਏਜੰਸੀਆਂ ਦੇ ਲੱਭੇ ਉਹ ਮਿਲ ਨਹੀਂ ਰਿਹਾ। ਹੁਣ ਵੱਡਾ ਸਵਾਲ ਇਹ ਹੈ ਕਿ ਕਿਆ 13 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਤੇ ਕਿਸੇ ਵੀ ਮੰਚ ਤੇ ਅੰਮ੍ਰਿਤਪਾਲ ਆਉਂਦਾ ਹੈ ਜਾਂ ਨਹੀਂ? ਇਹ ਸਵਾਲ ਮੇਰੇ ਜ਼ਿਹਨ 'ਚ ਹੀ ਨਹੀਂ, ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਵੀ ਹੈ, ਸਾਰੀ ਸੰਗਤ ਦੇ ਜ਼ਿਹਨ 'ਚ ਵੀ ਹੈ। ਲੇਕਿਨ ਇੱਕ ਵੱਡਾ 13 ਤਰੀਕ ਦਾ ਦਿਹਾੜਾ ਹੁਣ ਸਾਡੇ ਆ ਰਿਹਾ। ਸਾਡੀ ਜਥੇਦਾਰ ਸਾਹਿਬ ਨਾਲ ਤਾਂ ਗੱਲ ਮੁੱਕ ਗਈ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਹੱਲੇ ਹੋਰ ਕਈ ਗੱਲਾਂ ਬਾਕੀ ਨੇ। ਤੁਸੀਂ ਇਸ ਇੰਟਰਵਿਊ ਤੇ ਆਪਣਾ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ ਤੇ ਜ਼ਰੂਰ ਦੇਣਾ।